ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੋਰੋਨਾ ਨੇ ਇਸ ਵੇਲੇ ਭਾਰਤ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਆਕਸੀਜਨ ਦੀ ਘਾਟ ਹੈ, ਲੋੜੀਂਦੀਆਂ ਦਵਾਈਆਂ ਦੀ ਘਾਟ ਹੈ, ਪਰ ਮਰੀਜ਼ਾਂ ਦੀ ਮੌਤ ਦਰ ਦਿਨੋਂ ਦਿਨ ਵੱਧ ਰਹੀ ਹੈ। ਸ਼ਮਸ਼ਾਨ ਘਾਟਾਂ ਦੇ ਵਿੱਚ ਸੰਸਕਾਰ ਕਰਨ ਨੂੰ ਥਾਂ ਨਹੀਂ ਮਿਲ ਰਿਹਾ। ਸਰਕਾਰਾਂ ਪੂਰੀ ਤਰ੍ਹਾਂ ਪੱਬਾਂ ਭਾਰ ਨੇ। ਕੋਰੋਨਾ ਨਾਲ ਸੰਬੰਧਿਤ ਹਰ ਸੰਭਵ ਜਾਣਕਾਰੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਉਧਰ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇਸ ਵੇਲੇ ਭੁਚਾਲ ਆਇਆ ਹੋਇਆ ਹੈ। ਵਿਰੋਧੀਆਂ ਨੇ ਤਾਂ ਕੈਪਟਨ ਨੂੰ ਦਬਲਣਾ ਹੀ ਦਬਲਣਾ, ਆਪਣੇ ਵੀ ਦਿਵਾਲੇ ਹੋਏ ਬੈਠੇ ਨੇ। ਕੋਰੋਨਾ ਦੇ ਮੱਦੇਨਜ਼ਰ ਕਿਸਾਨ ਅੰਦੋਲਨ ਇਸ ਵੇਲੇ ਕਿਸ ਤਰ੍ਹਾਂ ਚੱਲ ਰਿਹਾ ਹੈ, ਇਸ ਸੰਬੰਧੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਾਡੇ ਐਕਸਪਰਟਸ ਗੁਰਨਾਮ ਸਿੰਘ ਬਿਲਗਾ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਬਿਲਗਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਮਰੀਨ ਜੀ। ਸ਼ਰਮਾ ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ। ਕੋਰੋਨਾ ਦੇ ਮੌਜੂਦਾ ਅੰਕੜੇ ਕੀ ਕਹਿ ਰਹੇ ਨੇ? ਸਮਰੀਨ ਜੀ, ਜਿੱਦਾਂ ਤੁਸੀਂ ਦੱਸਿਆ ਕਿ ਕੋਰੋਨਾ ਨੇ ਭਾਰਤ ਨੂੰ ਆਪਣੇ ਕਲਾ ਵਿੱਚ ਲੈ ਰਿਹਾ। 1.5 ਸਾਲ ਦੇ ਕਰੀਬ ਹੋ ਗਿਆ ਇਸ ਬਿਮਾਰੀ ਨੂੰ ਦੁਨੀਆ 'ਚ ਦਸਤਕ ਦਿੱਤਿਆਂ। ਅਕਤੂਬਰ 19 ਦੀ ਜੇ ਆਪਾਂ ਗੱਲ ਕਰਦੇ ਹਾਂ ਤੇ 21 ਦਾ ਅਪ੍ਰੈਲ ਆ ਗਿਆ, ਉਹ ਵੀ ਮੁੱਕਣ ਤੇ ਆ। 1.5 ਸਾਲ ਹੋ ਗਿਆ। ਤੇ ਪਿਛਲੇ ਸਾਲ ਵੀ ਜਿਹੜੀ ਸਥਿਤੀ ਸੀਗੀ ਉਹ ਬਹੁਤ ਖਰਾਬ ਸੀ, ਪਰ ਹੁਣ ਜੋ ਮੌਜੂਦਾ ਸਥਿਤੀ ਆ ਉਹ ਇਸ ਕਰਕੇ ਵੀ ਜ਼ਿਆਦਾ ਖਤਰਨਾਕ ਆ ਕਿ ਪਿਛਲੇ ਸਾਲ ਅਸੀਂ ਜਦੋਂ ਸੀ ਉਸੋਂ ਇਸ ਬਿਮਾਰੀ ਨਾਲ ਨਵੇਂ 2 ਹੱਥ ਹੋਏ ਸੀ, ਪਰ 1 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਜਾਂ 1 ਸਾਲ ਦੀ ਜਦੋਜਹਿਦ ਤੋਂ ਬਾਅਦ ਵੀ ਜੋ ਨਜ਼ਰ ਆ ਰਿਹਾ ਉਹ ਇਹ ਆ ਕਿ ਸਰਕਾਰਾਂ ਜਿਹੜੀਆਂ ਆ ਪੱਬਾਂ ਭਾਰ ਤਾਂ ਤੁਸੀਂ ਦੱਸਿਆ, ਪਰ ਉਹਨਾਂ ਦੀ ਜਿਹੜੀ ਕਾਰਜਕਾਰੀ ਆ ਉਹ ਇੱਦਾਂ ਹੀ ਲੱਗ ਰਹੀ ਆ ਕਿ ਇਹਨਾਂ ਨੇ ਪਿਛਲੇ ਸਾਲ ਵੀ ਲਿਪਾ ਪੋਚੀ ਹੀ ਕੀਤੀ ਆ, ਜਾਂ ਸਮੱਸਿਆ ਨੂੰ ਸੁਲਝਾਉਣ ਲਈ ਜੋ ਫੌਰੀ ਤੌਰ ਤੇ ਕਰ ਸਕਦੇ ਉਹੀ ਕੀਤਾ। ਕੋਈ ਲੰਬੀ ਪਲੈਨਿੰਗ ਜਾਂ ਕੋਈ ਜਿਹੜੇ ਵਧੀਆ ਤਰੀਕੇ ਨਾਲ ਪ੍ਰਬੰਧ ਹੋਣੇ ਚਾਹੀਦੇ ਸੀ ਉਹ ਜਿਹੜੇ ਆ ਉਹ ਕਿਤੇ ਨਜ਼ਰ ਨਹੀਂ ਆ ਰਹੇ। ਜੇ ਅਸੀਂ ਪਿਛਲੇ ਸਾਲ ਦੀ ਗੱਲ ਕਰੀਏ, ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ, ਦਰਸ਼ਕ ਵੀ ਇਸ ਗੱਲ ਨੂੰ ਜਾਣਦੇ ਆ ਕਿ ਪਿਛਲੇ ਸਾਲ ਜਿਹੜੀ ਸਮੱਸਿਆ ਨਜ਼ਰ ਆ ਰਹੀ ਸੀ ਉਹ ਵੈਂਟੀਲੇਟਰਸ ਦੀ ਸੀ। ਕਿਸੇ ਜ਼ਿਲ੍ਹੇ 'ਚ ਕਿਹਾ ਜਾਂਦਾ ਸੀਗਾ ਕਿ ਸਿਵਲ ਹਸਪੀਟਲ 'ਚ ਇੱਕ ਆ, ਕਿਤੇ ਕਿਹਾ ਜਾਂਦਾ ਸੀ ਇੱਕ ਵੀ ਨਹੀਂ ਹੈਗਾ, ਕਿਤੇ 2 ਨੇ, ਪ੍ਰਾਈਵੇਟ ਵਾਲਿਆਂ ਕੋਲ ਹੈਗੇ ਨੇ, ਸਰਕਾਰੀ ਵਾਲਿਆਂ ਕੋਲ ਹੈਗੇ ਨੇ, ਜਿਹੜੇ ਤੁਹਾਡੇ ਦਾਨ ਦੀਆਂ ਚੈਰੀਟੇਬਲਸ ਨਾਲ ਚੱਲਦੇ ਆ ਉਹਨਾਂ ਕੋਲ ਹੈਗੇ ਨੇ। ਪਰ ਇਸ ਵਾਰ ਦੀ ਜਿਹੜੀ ਸਥਿਤੀ ਆ ਉਹ ਬਿਲਕੁਲ ਬਦਲ ਕੇ ਸਾਹਮਣੇ ਆਈ ਆ ਕਿ ਆਕਸੀਜਨ ਦੀ ਹੀ ਵੱਡੀ ਕਮੀ ਨਜ਼ਰ ਆ ਰਹੀ ਹੈ, ਜਾਂ ਫਿਰ ਜਿਹੜੀਆਂ ਦਵਾਈਆਂ ਆ, ਚਾਹੇ ਉਹ ਰੈਮਡੇਸਿਵਰ ਆ ਜਾਂ ਕੁਛ ਹੋਰ ਦਵਾਈਆਂ ਜਿਨ੍ਹਾਂ ਦੀ ਐਮਰਜੈਂਸੀ ਤੌਰ ਤੇ ਵਰਤੋਂ ਕੀਤੀ ਜਾਂਦੀ ਆ, ਉਹਨਾਂ ਦੀ ਜਿਹੜੀ ਕਿੱਲਤ ਆ ਉਹ ਵੱਡੇ ਤੌਰ ਤੇ ਸਾਹਮਣੇ ਆਉਂਦੀ ਆ। ਤੇ ਨਾਲ ਦੀ ਨਾਲ ਭਾਰਤ ਦੀ ਜਿਹੜੀ ਇੱਕ ਪਛਾਣ ਬਣੀ ਹੋਈ ਆ ਹਰ ਚੀਜ਼ ਦੇ ਵਿੱਚ ਰਾਜਨੀਤੀ ਤੇ ਹਰ ਚੀਜ਼ ਦੇ ਵਿੱਚ ਕਾਲਾ ਬਾਜ਼ਾਰੀ, ਤੇ ਉਹ ਜਿਹੜੀਆਂ ਚੀਜ਼ਾਂ ਆ ਉਹ ਵੀ ਸਾਡੇ ਸਾਹਮਣੇ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਹਮਣੇ ਆ ਰਹੀਆਂ। ਜੇ ਅੰਕੜਿਆਂ ਦੀ ਅਸੀਂ ਗੱਲ ਕਰੀਏ ਤੇ ਵੱਖਰੇ ਥੋੜ੍ਹੇ ਬਹੁਤ ਫਰਕ ਨਾਲ ਜਿਹੜੇ ਅੰਕੜੇ ਨੇ ਉਹ ਕਮੋਬੇਸ਼ ਇੱਕੋ ਜਿਹੇ ਹੀ ਨੇ। 3,70,000 ਤੋਂ ਲੈ ਕੇ 3,80,000 ਦੇ ਨੇੜੇ ਤੇੜੇ ਦੇ ਜੋ ਅੰਕੜੇ ਨਜ਼ਰ ਆ ਰਹੇ ਨੇ ਕਿ ਇੱਕ ਦਿਨ ਦੇ ਵਿੱਚ, ਜਾਣੀ ਕਿ ਪਿਛਲੇ 24 ਘੰਟਿਆਂ ਦੇ ਵਿੱਚ ਅਰਾਊਂਡ ਅਬਾਊਟ 3,80,000 ਦੇ ਨੇੜੇ ਤੇੜੇ ਪੇਸ਼ੈਂਟ ਜਿਹੜੇ ਉਹ ਨਵੇਂ ਸਾਹਮਣੇ ਆਏ ਨੇ। ਤੇ ਜਿਹੜੇ ਠੀਕ ਹੋਣ ਦੀ ਗਿਣਤੀ ਆ ਉਹ ਘਟੀ ਆ। ਇੱਕ ਸਮਾਂ ਸੀਗਾ ਜਦੋਂ ਸਾਨੂੰ ਲੱਗਦਾ ਸੀਗਾ, ਜਦੋਂ ਅਸੀਂ 4 ਕੁ ਮਹੀਨੇ ਪਿੱਛੇ ਚਲੇ ਜਾਈਏ ਤੇ ਜਿਹੜੀ ਠੀਕ ਹੋਣ ਦੀ ਜਿਹੜੀ ਦਰ ਸੀ ਉਹ 90%, 92%, 93%, 94%, 95% ਤੱਕ ਪਹੁੰਚ ਗਈ ਸੀ। ਤੇ ਹੁਣ ਉਹੀ ਦਰ ਜਿਹੜੀ ਉਹ ਘਟ ਕੇ 82% ਦੇ ਨੇੜੇ ਤੇੜੇ ਆ ਗਈ। ਤੇ ਜੇ ਨਵੇਂ ਮਾਮਲੇ 4 ਲੱਖ ਦੇ ਨੇੜੇ ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 3 ਲੱਖ ਦੇ ਨੇੜੇ ਤੇੜੇ। ਤੇ ਇਸੇ ਤਰ੍ਹਾਂ ਜਿਹੜੀ ਮੌਤ ਦੀ ਦਰ ਆ ਜਾਂ ਮੌਤ ਦੀ ਜਿਹੜੀ ਗਿਣਤੀ ਆ ਉਹ ਬਹੁਤ ਹੀ ਭਿਆਨਕ ਤੇ ਡਰਾਵਣੀ ਆ। 3,000 ਤੋਂ ਜ਼ਿਆਦਾ, 3,500 3,600 ਵੀ ਕੁਝ ਅਖਬਾਰਾਂ ਨੇ ਉਹਦੀ ਗਿਣਤੀ ਦੱਸੀ ਆ। 24 ਘੰਟਿਆਂ ਦੇ ਵਿੱਚ ਮਰਨ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਹੈ। ਤੇ ਜੇ 24 ਘੰਟਿਆਂ 'ਚ ਅਸੀਂ 3,600 ਦੀ ਗੱਲ ਕਰੀਏ ਤੇ 100 ਤੋਂ ਵੀ ਜ਼ਿਆਦਾ, 150 ਦੇ ਕਰੀਬ ਬੰਦਾ ਹਰ ਘੰਟੇ ਦਮ ਤੋੜ ਰਿਹਾ। ਆਬਾਦੀ ਬਹੁਤ ਜ਼ਿਆਦਾ ਆ, ਮੁਲਕ ਬਹੁਤ ਵੱਡਾ ਆ, ਹਾਲਾਤ ਬਹੁਤ ਗੰਭੀਰ ਨੇ। ਤੇ ਜਦੋਂ ਇਸ ਗੱਲ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਇਹਨਾਂ ਨੇ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਸੀ ਕਿ ਜਿਹੜਾ ਟੀਕਾਕਰਨ ਆ ਉਹਨੂੰ ਆਪਾਂ ਹੋਰ ਤੇਜ਼ ਕਰਾਂਗੇ, ਪਰ ਉਹ ਅਸਲੀਅਤ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਕਿਤੇ ਤੇਜ਼ ਹੁੰਦਾ ਨਜ਼ਰ ਨਹੀਂ ਆ ਰਿਹਾ। ਲੋਕਾਂ ਦੇ ਵਿੱਚ ਅਵੇਅਰਨੈਸ ਜਿਹੜੀ ਆ ਪਹਿਲਾਂ ਨਾਲੋਂ ਵਧੀ ਆ। ਸ਼ਾਇਦ ਉਹ ਇਸ ਬਿਮਾਰੀ ਦੇ ਵਧਣ ਨਾਲ ਲੋਕਾਂ ਦੇ ਵਿੱਚ ਜਿਹੜਾ ਡਰ ਆ ਉਹ ਬਣਿਆ, ਤੇ ਟੀਕਾ ਲਵਾਉਣ ਲਈ ਲੋਕ ਹੁਣ ਜ਼ਿਆਦਾ ਉਤਸੁਕ ਨੇ, ਜ਼ਿਆਦਾ ਤਿਆਰ ਨੇ, ਜ਼ਿਆਦਾ ਪੁੱਛਗਿੱਛ ਕਰਦੇ ਨਜ਼ਰ ਆਉਂਦੇ ਨੇ। ਪਰ ਟੀਕੇ ਜਿਹੜੇ ਆ ਉਹ ਉਨੀ ਸਪੀਡ ਦੇ ਨਾਲ ਅਵੇਲੇਬਲ ਹਾਲੇ ਤੱਕ ਹੁੰਦੇ ਦਿਖਾਈ ਦੇ ਨਹੀਂ ਰਹੇ। ਜੀ। ਤੇ 1 ਮਈ ਨੂੰ ਜਿਹੜੀ ਟੀਕਾਕਰਨ ਮੁਹਿੰਮ ਸ਼ੁਰੂ ਹੋਣੀ ਹੈ, 18 ਸਾਲ ਤੋਂ ਉੱਪਰ ਵਾਲਿਆਂ ਨੂੰ ਜਿਹੜਾ ਟੀਕਾ ਲੱਗਣਾ, ਉਹਦੀ ਰਜਿਸਟ੍ਰੇਸ਼ਨ ਦਾ ਇਸ ਵੇਲੇ ਕੀ ਹਾਲ ਹੈ? ਉਹਦੀ ਰਜਿਸਟ੍ਰੇਸ਼ਨ ਲਈ ਇਹ ਹਾਲ ਆ ਕਿ ਕੱਲ੍ਹ ਜਿਹੜੀ ਗਵਰਨਮੈਂਟ ਨੇ ਵੈਬਸਾਈਟ ਦਿੱਤੀ ਹੋਈ ਆ ਕੋਵਿਨ ਕਰਕੇ, ਉਹਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ। ਉਸ ਟਰੈਕ ਨੂੰ ਹਿੱਟ ਕਰਨ ਲਈ ਉਹਦੀ ਜਿਹੜੀ ਗਿਣਤੀ ਸੀ ਉਹ ਕਰੋੜ ਤੋਂ ਵੀ ਟੱਪ ਗਈ ਦੱਸੀ ਜਾਂਦੀ ਹੈ ਕਿ ਇੱਕ ਦਿਨ ਦੇ ਵਿੱਚ ਹੀ 24 ਘੰਟੇ, ਕੱਲ੍ਹ ਹੀ ਉਹ ਵੈਬਸਾਈਟ ਖੁੱਲ੍ਹੀ ਸੀ, ਉਹਦੇ 'ਤੇ ਰਜਿਸਟ੍ਰੇਸ਼ਨ ਕਰਾਉਣੀ ਸੀ ਕਿ 18 ਸਾਲ ਤੋਂ ਉੱਪਰ ਕੋਈ ਵੀ ਬੰਦਾ ਆਪਣਾ ਮੋਬਾਈਲ ਨੰਬਰ ਦੇਣਾ ਸੀ, ਉਹਦੇ ਫਿਰ OTP ਆਉਣਾ ਸੀ, ਤੇ ਫਿਰ ਫਰਦਰ ਆਪਣੀ ਜਾਣਕਾਰੀ ਦੇ ਕੇ ਆਪਣਾ ਜਿਹੜਾ ਕੋਈ ਆਪਣਾ ਆਇਡੈਂਟੀ ਕਾਰਡ, ਆਧਾਰ ਕਾਰਡ ਜਾਂ ਹੋਰ ਕੋਈ ਸੰਬੰਧਿਤ ਡਾਕੂਮੈਂਟ ਦੇ ਕੇ ਤੇ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਹੋਣੀ ਸੀ। ਉਹ OTP ਤੇ ਆ ਰਿਹਾ ਸੀ, ਪਰ ਉਸ ਤੋਂ ਅੱਗੇ ਜਿਹੜੀ ਜਾਣਕਾਰੀ ਆ ਉਹ
ਸਾਂਝੀ ਨਹੀਂ ਸੀ ਕਰ ਰਹੀ, ਉਹ ਵੈਬਸਾਈਟ ਉਹਨੂੰ ਸક્ષਮ ਨਹੀਂ ਨਜ਼ਰ ਆ ਰਹੀ ਸੀ, ਨਾ ਤੇ ਮੋਬਾਈਲ ਐਪ ਤੇ ਨਾ ਹੀ ਉਹ ਵੈਬਸਾਈਟ। ਬਹੁਤ ਘੱਟ ਲੋਕਾਂ ਨੂੰ ਸਟੇਸ਼ਨ ਮਿਲਿਆ ਕਿ ਤੁਸੀਂ ਪਹਿਲੀ ਤਰੀਕ ਨੂੰ ਫਲਾਨੀ ਜਗ੍ਹਾ ਜਾ ਕੇ ਟੀਕਾ ਲਵਾਇਓ ਜਾਂ ਨਾ ਲਵਾਇਓ। ਬਹੁਤੇ ਕਰਕੇ ਉਹ ਜਿਹੜੀ ਆ ਉੱਥੇ ਰਜਿਸਟ੍ਰੇਸ਼ਨ ਤੇ ਬਹੁਤ ਲੋਕਾਂ ਨੇ ਕਰਵਾਈ ਆ, ਪਰ ਉਹਦੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਪੂਰੀ ਕੰਪਲੀਟ ਹੁੰਦੀ ਨਜ਼ਰ ਆਈ ਨਹੀਂ। ਤੇ ਟੀਕਿਆਂ ਦੀ ਗੱਲ ਕਰ ਰਹੇ ਹਾਂ ਤੇ ਕੇਂਦਰ ਨੇ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਕੀਮਤਾਂ ਘੱਟ ਕਰਨ ਲਈ ਵੀ ਆਖਿਆ ਸੀ, ਕੀ ਘੱਟ ਕਰਤੀਆਂ ਉਹਨਾਂ ਨੇ? ਬੜਾ ਰੌਲਾ ਪਿਆ ਸੀਗਾ ਜੀ ਇਸ ਗੱਲ ਦੇ ਉੱਤੇ ਕਿ ਕੇਂਦਰ ਸਰਕਾਰ ਲਈ ਉਹ ਮੁਫਤ ਸੀ, ਫਿਰ ਉਹਨਾਂ ਨੂੰ ਕੁਝ ਉਹਦੇ ਲਈ ਹੋਰ ਕੀਮਤ ਰੱਖੀ ਗਈ, ਪ੍ਰਾਈਵੇਟ ਲਈ ਕੀਮਤ ਕੁਝ ਹੋਰ ਰੱਖੀ ਗਈ ਤੇ ਰਾਜ ਸਰਕਾਰਾਂ ਲਈ ਕੀਮਤ ਜਿਹੜੀ ਸੀ ਉਹ ਕੁਝ ਹੋਰ ਰੱਖੀ ਗਈ। ਬੜੀ ਹੈਰਾਨੀ ਵਾਲੀ ਗੱਲ ਸੀ ਤੇ ਹਾਸੋਹੀਣੀ ਗੱਲ ਵੀ ਸੀ, ਪਰ ਜਿੱਦਾਂ ਅਸੀਂ ਕਹਿੰਦੇ ਆ ਕਿ ਭਾਰਤ ਵਿੱਚ ਕੁਝ ਵੀ ਹੋ ਸਕਦਾ। ਪ੍ਰਧਾਨ ਮੰਤਰੀ ਸਾਹਿਬ ਨੇ ਇਹ ਨਾਅਰਾ ਵੀ ਦਿੱਤਾ ਸੀ, ਮੋਦੀ ਹੈ ਤਾਂ ਮੁਮਕਿਨ ਹੈ। ਸ਼ਾਇਦ ਉਹਦਾ ਹੀ ਕਿਤੇ ਅਸਰ ਹੋਣਾ ਕਿ ਇੱਕ ਹੀ ਦੇਸ਼ ਦੇ ਵਿੱਚ ਇੱਕੋ ਹੀ ਕੰਪਨੀ ਟੀਕਾ ਬਣਾ ਰਹੀ ਹੈ ਤੇ ਉਹ 3 ਜਗ੍ਹਾ ਤੇ ਵੇਚ ਰਹੀ ਸੀ ਤੇ ਅਲੱਗ-ਅਲੱਗ ਰੇਟ ਤੇ ਵੇਚ ਰਹੀ ਸੀ। ਕੀਮਤ ਉਹਨਾਂ ਨੇ ਕੁਝ ਘੱਟ ਕੀਤੀ ਆ, ਪਰ ਉਹ ਜਿਹੜੇ ਘੱਟ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੇ ਟਵੀਟ ਕੀਤਾ ਆ ਸੀਰਮ ਦੇ ਮੁਖੀ ਨੇ, ਉਹ ਇਦਾਂ ਉਹਨਾਂ ਨੇ ਕਿਹਾ ਕਿ ਮੈਂ ਇਹਦੀ ਦਾਨ ਦੀ ਭਾਵਨਾ ਨਾਲ ਜਾਂ ਲੋਕਾਂ ਦੇ ਭਲੇ ਦੀ ਭਾਵਨਾ ਨਾਲ ਇਹਦੀ ਕੀਮਤ ਜਿਹੜੀ ਉਹ ਘੱਟ ਕਰ ਰਿਹਾ ਤੇ ਲੋਕਾਂ ਦਾ ਭਲਾ ਹੋਵੇਗਾ। ਉਹ ਭਲਿਆ ਲੋਕਾਂ ਦਾ ਭਲਾ ਤਾਂ ਹੋਵੇਗਾ, ਪਰ ਤੂੰ ਆਲਰੇਡੀ ਇੱਕ ਚੀਜ਼ ਦੀਆਂ 3 ਕੀਮਤਾਂ ਤੇ ਰੱਖ ਚੁੱਕੀ ਆ। ਤੂੰ ਭਲਾ ਤੇ ਠੀਕ ਹੈ, ਚੰਗੀ ਗੱਲ ਹੈ, ਲੋਕਾਂ ਦਾ ਭਲਾ ਹੋਣਾ ਚਾਹੀਦਾ। ਪੈਂਡੇਮਿਕ ਦੀ ਸਥਿਤੀ ਆ, ਮਹਾਮਾਰੀ ਦੁਨੀਆ ਦੇ ਵਿੱਚ ਫੈਲੀ ਹੋਈ ਆ ਤੇ ਕੀਮਤ ਜਿਹੜੀ ਉਹਨਾਂ ਨੇ 100 ਰੁਪਇਆ ਘਟਾਈ ਆ ਸਟੇਟ ਗਵਰਨਮੈਂਟ ਨੂੰ ਲੈ ਕੇ। ਸ਼ਾਇਦ ਪਹਿਲਾਂ 400 ਰੱਖੀ ਸੀ, ਹੁਣ 300 ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਆ ਕਿ ਇਹਦੇ ਨਾਲ ਸਟੇਟਸ ਦਾ ਜਿਹੜਾ ਆ ਬਹੁਤ ਵੱਡਾ ਫਾਇਦਾ ਹੋਵੇਗਾ ਤੇ ਸਟੇਟਸ ਆਪਣੇ ਆਪ ਦੇ ਉੱਤੇ, ਯੂਪੀ ਨੇ ਪਹਿਲਾਂ ਅਨਾਉਂਸ ਕੀਤਾ ਸੀ ਕਿ 18 ਸਾਲ ਤੋਂ ਬਾਅਦ ਵੀ ਅਸੀਂ ਜਿੰਨੇ ਲੋਕਾਂ ਨੂੰ ਲਾਵਾਂਗੇ, ਉੱਤਰ ਪ੍ਰਦੇਸ਼ ਤੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ ਨੇ ਕਿ ਅਸੀਂ ਫ੍ਰੀ ਲਾਵਾਂਗੇ। ਉਸ ਤੋਂ ਬਾਅਦ ਪੰਜਾਬ ਦੇ ਕੈਪਟਨ ਸਾਹਿਬ ਨੇ ਵੀ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਅਸੀਂ ਵੀ ਫ੍ਰੀ ਲਾਵਾਂਗੇ। ਤੇ ਇਹਨਾਂ ਨੂੰ ਦੇਖ ਕੇ ਇਹ ਵੀ ਲੱਗਦਾ ਕਿਤੇ ਨਾ ਕਿਤੇ ਇਹ ਗੱਲਾਂ ਦੋਨਾਂ ਹੀ ਸਟੇਟਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਵੀ ਨੇ। ਫਰਵਰੀ 22 ਦੇ ਵਿੱਚ ਇਹਨਾਂ ਦੋਨਾਂ ਸਟੇਟਸ 'ਚ ਇਲੈਕਸ਼ਨਸ ਨੇ ਤੇ ਇਹ ਦੋਨੋਂ ਸਟੇਟਸ ਆਪਣੇ ਦੂਸਰੇ ਮੁੱਦੇ ਵੀ ਹੱਲ ਕਰਨ ਲਈ ਸ਼ਾਇਦ ਲੋਕਾਂ ਨੂੰ ਕਹਿ ਰਹੇ ਹੋਣ, ਪਰ ਕੀਮਤ ਜ਼ਰੂਰ ਘਟੀ ਆ ਜਿੰਨੀ ਉਹਨਾਂ ਨੇ ਆਧਾਰ ਪੂਨਾਵਾਲਾ ਨੇ ਸੀਰਮ ਦੇ ਮੁਖੀ ਨੇ ਦੱਸੀ ਆ, ਕੀਮਤ ਘਟੀ ਆ, ਪਰ ਹਾਲੇ ਤੱਕ ਜਿਹੜੀ ਟੀਕਿਆਂ ਦੀ ਗਿਣਤੀ ਆ, ਟੀਕੇ ਸੈਂਟਰ ਤੱਕ ਪਹੁੰਚਣ ਦੀ ਜਿਹੜੀ ਗੱਲ ਆ, ਉਹ ਹਾਲੇ ਤੱਕ ਥੋੜੀ ਜਿਹੀ ਸਲੋ ਆ ਜਿੰਨੀ ਹੋਣੀ ਚਾਹੀਦੀ। ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਜਿਹੜੇ CEO ਨੇ ਆਧਾਰ ਪੂਨਾਵਾਲਾ, ਉਹਨਾਂ ਨੂੰ ਵਾਇਸ ਸਿਕਿਉਰਿਟੀ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ, ਕੀ ਖਤਰਾ ਹੈ ਉਹਨਾਂ ਨੂੰ? ਇਹ ਤਾਂ ਹੁਣ ਉਹੀ ਦੱਸ ਸਕਦੇ ਆ। ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਸੀ ਕਿ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ, ਸੁਰੱਖਿਆ ਦਿੱਤੀ ਜਾਵੇ ਤੇ ਕੱਲ ਹੀ ਇਹਦਾ ਜਵਾਬ ਜਿਹੜਾ ਹੋਮ ਮਿਨਿਸਟਰੀ ਨੇ ਦੇਤਾ ਕਿ ਤੁਹਾਨੂੰ ਵਾਈਸ ਸਿਕਿਉਰਿਟੀ ਜਿਹੜੀ ਹੈ ਦਿੱਤੀ ਜਾਊਗੀ। CRPF ਉਹਨਾਂ ਦੀ ਆਲ ਇੰਡੀਆ ਜਿੱਥੇ ਵੀ ਹੋਏ ਜੇ ਉਹਨਾਂ ਨੇ ਜਾਣਾ ਹੋਇਆ ਉਹਨਾਂ ਦੀ ਸੁਰੱਖਿਆ ਉਹਨਾਂ ਨੂੰ ਦਿੱਤੀ ਜਾਵੇਗੀ। ਦੇਖੋ, ਇੱਕ ਦਵਾਈਆਂ ਬਣਾਉਣ ਦੀ ਵੱਡੀ ਕੰਪਨੀ ਦੇ ਮਾਲਕ ਨੇ, ਬਹੁਤ ਲੰਬੇ ਸਮੇਂ ਤੋਂ ਇਸੇ ਬਿਜ਼ਨਸ ਦੇ ਵਿੱਚ ਨੇ, ਹੋਰ ਬਹੁਤ ਸਾਰੇ ਕੰਮ ਕੀਤੇ ਨੇ। ਪਿੱਛੇ ਜਿਹੇ ਉਹਨਾਂ ਨੇ ਕਾਫੀ ਵੱਡੀ ਤਾਦਾਦ ਦੇ ਵਿੱਚ ਪ੍ਰਾਪਰਟੀ ਖਰੀਦੀ ਆ ਹਿੰਦੁਸਤਾਨ ਤੋਂ ਬਾਹਰ, ਉਦੋਂ ਵੀ ਉਹ ਚਰਚਾ 'ਚ ਆਏ ਸੀ। ਤੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਇਸ ਗੱਲ ਲਈ ਜਦੋਜਹਿਦ 'ਚ ਰਹਿੰਦੇ ਨੇ ਕਿ ਉਹਨਾਂ ਨੂੰ ਸਰਕਾਰੀ ਸਿਕਿਉਰਿਟੀ ਜਾਂ ਸਰਕਾਰੀ ਸੁਰੱਖਿਆ ਤੇ ਉਹ ਲਾਮ ਲਸ਼ਕਰ ਮਿਲੇ, ਜਿਹਦੇ ਨਾਲ ਫਿਰ ਉਹ ਆਪਣਾ ਜਿਹੜਾ ਇੱਕ ਖਾਸ ਸਟੇਟਸ ਦਿਖਾਉਣ ਦੇ ਲਈ ਤਤਪਰ ਰਹਿੰਦੇ ਨੇ। ਇਸ ਉਮੀਦ 'ਚ ਰਹਿੰਦੇ ਨੇ ਕਿ ਜਿੱਥੇ ਅਸੀਂ ਜਾਂਦੇ ਹਾਂ ਸਾਡਾ ਪਤਾ ਲੱਗੇ ਕਿ ਅਸੀਂ ਕੌਣ। ਇੱਦਾਂ ਦੀ ਇੱਕ ਗੱਲ ਬੀਤੇ ਸਮੇਂ 'ਚ ਸਾਹਮਣੇ ਆਈ ਸੀ। ਇੱਕ ਅਖਬਾਰ ਦੇ ਮਾਲਕ ਸੀ, ਉਹਨਾਂ ਦਾ ਇੱਕ ਕੇਸ ਚੱਲਦਾ ਸੀ ਹਿਮਾਚਲ ਦੇ ਵਿੱਚ ਕਿਤੇ, ਤੇ ਉਹਨਾਂ ਕੋਲ Z ਸਿਕਿਉਰਿਟੀ ਸੀ। ਉੱਥੇ ਅਦਾਲਤ ਵਿੱਚ ਪੇਸ਼ ਨਹੀਂ ਹੋਏ ਤੇ ਜਦੋਂ ਜੱਜ ਸਾਹਿਬ ਨੇ ਉਹਨਾਂ ਨੂੰ ਫੌਰੀ ਤੌਰ ਤੇ ਸੱਦਿਆ ਤੇ ਫਿਰ ਉਹ ਆਪਣੀ ਸਿਕਿਉਰਿਟੀ ਲੈ ਕੇ ਚਲੇ ਗਏ ਤੇ ਜੱਜ ਸਾਹਿਬ ਨੇ ਉਹਨਾਂ ਨੂੰ ਬਹੁਤ ਖਰੀਆਂ ਸੁਣਾਈਆਂ ਕਿ ਅਦਾਲਤ ਪਰਿਸਰ ਦੇ ਵਿੱਚ ਤੁਹਾਨੂੰ ਸਿਕਿਉਰਿਟੀ ਜਿਹੜੀ ਆ ਉਹ ਨਹੀਂ ਲੈ ਕੇ ਆਉਣੀ ਚਾਹੀਦੀ। ਸੀਰਮ ਦੇ ਮੁਖੀ ਨੇ ਹੁਣ ਵੱਡੇ ਬਿਜ਼ਨਸਮੈਨ ਨੇ, ਵੱਡੇ ਪੈਸੇ ਕਮਾਏ ਨੇ ਤੇ ਇਸ ਪੈਂਡੇਮਿਕ ਦੇ ਵਿੱਚ, ਮਹਾਮਾਰੀ ਦੇ ਵਿੱਚ ਉਹ ਮੁਲਕ ਲਈ ਇੱਕ ਚੰਗਾ ਕੰਮ ਕਰ ਰਹੇ ਨੇ। ਉਹਨਾਂ ਨੇ ਸਿਕਿਉਰਿਟੀ ਮੰਗੀ ਆ, ਉਹਨਾਂ ਨੂੰ ਕੋਈ ਪ੍ਰੋਬਲਮ ਲੱਗਦੀ ਹੋਗੀ, ਹੋਮ ਮਿਨਿਸਟਰੀ ਨੇ ਇਸ ਚੀਜ਼ ਨੂੰ ਵਾਚਿਆ ਹੋਣਾ ਤੇ ਜੇ ਉਹਨਾਂ ਨੇ ਜਿਹੜੀ ਚੀਜ਼ ਮੰਗੀ ਆ ਉਹਨਾਂ ਨੂੰ ਦੇ ਦਿੱਤੀ ਗਈ ਆ। ਤੇ ਸੁਰੱਖਿਆ ਦਾ ਅਧਿਕਾਰ ਤਾਂ ਸਾਰਿਆਂ ਕੋਲ ਹੈਗਾ, ਸਰਕਾਰ ਦਾ ਕੰਮ ਆ ਕਿ ਲੋਕਾਂ ਦੀ ਸੁਰੱਖਿਆ ਕਰਨੀ, ਤੇ ਜੇ ਲੋਕ ਕੋਈ ਖਾਸ ਹੋਵੇ ਤੇ ਫਿਰ ਤੇ ਬਣਦੀ ਆ ਜੀ ਸਿਕਿਉਰਿਟੀ। ਜੀ ਬਿਲਕੁਲ ਸਾਹਿਬ, ਤੁਹਾਡੇ ਵੱਲ ਆਉਂਦੇ ਆ। ਜਿੱਦਾਂ ਸ਼ਰਮਾ ਜੀ ਨੇ ਦੱਸੇ ਅੰਕੜੇ ਬੜੇ ਡਰਾਵਣੇ ਨੇ, ਪਰ ਲੋਕ ਤੇ ਡਰਦੇ ਨਹੀਂ। ਲੋਕ ਵਿਆਹ ਕਰ ਰਹੇ ਨੇ, ਸੈਲੀਬ੍ਰਿਟੀਜ਼ ਵੀ ਅਵੇਸਲੀਆਂ ਹੋਈਆਂ ਫਿਰਦੀਆਂ। ਕੱਲ ਜਿੰਮੀ ਸ਼ੇਰਗਿੱਲ ਤੇ ਵੀ ਪਰਚਾ ਹੋਇਆ, ਕੀ ਕਹਿਣਾ ਚਾਹੋਗੇ? ਸਵਲੀਨ ਜੀ, ਗੱਲ ਇਸ ਤਰ੍ਹਾਂ ਆ ਵੀ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਇੱਕੋ ਗੱਲ ਕਰਦੇ ਰਹੇ ਵੀ ਇਹ ਕਿਤੇ ਨਾ ਕਿਤੇ ਜਿਹੜੀ ਲੋਕਾਂ 'ਚ ਅਵੇਅਰਨੈਸ ਘੱਟ ਆ, ਜਾਂ ਇਸ ਬਿਮਾਰੀ ਨੂੰ ਇੱਕ ਕਹਿ ਸਕਦੇ ਹਾਂ ਕਿ ਮਜ਼ਾਕ ਦੇ ਤੌਰ ਤੇ ਵੀ ਕੁਝ ਵਰਗਾਂ ਵੱਲ ਦੇਖਿਆ ਜਾਂਦਾ। ਤੇ ਇਸ ਲਈ ਸਾਡੀਆਂ ਸਰਕਾਰਾਂ ਵੱਡੇ ਪੱਧਰ ਤੇ ਜ਼ਿੰਮੇਵਾਰ ਆ। ਸਰਕਾਰਾਂ ਨੇ ਜਦੋਂ ਆਪਣੇ ਕੋਲ ਮਤਲਬ ਹੱਲ ਕਰਨੇ ਹੁੰਦੇ ਤੇ ਸਰਕਾਰਾਂ ਨੇ ਕੋਵਿਡ ਨੂੰ ਕਦੀ ਗੰਭੀਰਤਾ ਨਾਲ ਲਿਆ ਹੀ ਨਹੀਂ। ਹੁਣ ਇਸ ਵੇਲੇ ਜਿਹੜੀ ਸਥਿਤੀ ਖੜੀ ਹੋ ਗਈ ਆ, ਇਹ ਇੱਕਦਮ ਸਥਿਤੀ ਨਹੀਂ ਖੜੀ ਹੋਈ। ਅੱਜ ਤੋਂ ਆਪਾਂ 15 ਦਿਨ ਪਿੱਛੇ ਨਿਗਾਹ ਮਾਰ ਲਈਏ ਤੇ ਪੱਛਮੀ ਬੰਗਾਲ ਜਾਂ ਹੋਰ ਰਾਜਾਂ 'ਚ ਜਿੱਥੇ ਚੋਣਾਂ ਚੱਲਦੀਆਂ ਸੀਗੀਆਂ, ਉੱਥੇ ਉਸ ਵੇਲੇ ਭਾਰਤ ਦਾ ਗ੍ਰਹਿ ਮੰਤਰੀ, ਭਾਰਤ ਦਾ ਪ੍ਰਧਾਨ ਮੰਤਰੀ ਤੇ ਭਾਰਤ ਦੇ ਸਾਰੇ ਜਿਹੜੇ ਚੰਗੇ ਆਫੀਸਰ ਜਾਂ ਮੰਤਰੀ ਆ, ਉਹਨਾਂ ਇਲੈਕਸ਼ਨਾਂ ਵਿੱਚ ਸਾਰੇ ਬਿਜੀ ਸੀ। ਜੇ ਅੱਜ ਸਾਡੇ ਲੋਕ ਆਕਸੀਜਨ ਲਈ ਲਾਈਨਾਂ ਲੱਗੀਆਂ ਹੋਈਆਂ ਆ, ਬੈੱਡ ਨਹੀਂ ਮਿਲ ਰਹੇ, ਹਸਪੀਟਲਾਂ ਦੇ ਵਿੱਚ ਪੁਖਤਾ ਪ੍ਰਬੰਧ ਨਹੀਂ ਹੈਗੇ, ਰਜਿਸਟ੍ਰੇਸ਼ਨ ਤੇ ਜਿੱਦਾਂ ਸ਼ਰਮਾ ਜੀ ਦੱਸਿਆ ਕਿ ਇਸ ਵੇਲੇ ਇਹਨਾਂ ਵੈਬਸਾਈਟ ਤੇ ਉੱਤੇ ਭਾਰ ਆ ਕਿ ਇੱਕ ਦਿਨ ਦੇ ਵਿੱਚ ਕਰੋੜਾਂ ਜਿਹੜੀਆਂ ਰਜਿਸਟ੍ਰੇਸ਼ਨ ਹੋ ਗਈਆਂ ਤੇ ਉਹ ਸਾਰਾ ਜਿਹੜਾ ਸਿਸਟਮ ਬੈਠ ਗਿਆ।
ਇਹਦੇ ਲਈ ਸਰਕਾਰਾਂ ਸਾਡੀਆਂ ਜ਼ਿੰਮੇਵਾਰ ਹੈ ਤੇ ਇਹ ਦੇਖਣਾ ਪਊਗਾ ਵੀ ਕਿਸ ਤਰ੍ਹਾਂ ਇੱਕਦਮ ਇਹ ਸਾਰਾ ਜਿਹੜਾ ਮੰਜ਼ਰ ਪੈਦਾ ਨਹੀਂ ਹੋਇਆ। ਜੇ ਸਾਡੇ ਲੀਡਰ ਗੰਭੀਰ ਹੁੰਦੇ ਤੇ ਅੱਜ ਤੋਂ ਮਹੀਨਾ 2 ਮਹੀਨੇ 3 ਮਹੀਨੇ ਜੇ ਸਾਰੇ ਇਹ ਪ੍ਰਬੰਧ ਕੀਤੇ ਹੁੰਦੇ ਤੇ ਅੱਜ ਇਹ ਦਿਨ ਸਾਨੂੰ ਨਾ ਦੇਖਣੇ ਪੈਂਦੇ। ਅੱਜ ਸਾਡੇ ਜਿਹੜੀਆਂ ਭਾਰਤ ਦੇ ਵਾਸੀਆਂ ਦੀਆਂ ਲਾਸ਼ਾਂ ਜਿਹੜੀਆਂ ਆ ਉਹ ਸਾਈਕਲਾਂ ਤੇ ਨਾ ਢੋਈਆਂ ਜਾਂਦੀਆਂ, ਲਾਸ਼ਾਂ ਨੂੰ ਜਿਹੜਾ ਰੇੜਿਆਂ ਤੇ ਨਾ ਢੋਇਆ ਜਾਂਦਾ। ਇੱਕ ਗੱਡੀ 'ਚ 17 ਲਾਸ਼ਾਂ ਲੱਦ ਕੇ, ਜਿੱਦਾਂ ਇੱਕ ਕੋਈ ਕੇਲਿਆਂ ਦੀਆਂ ਪੇਟੀਆਂ ਲੱਦੀਆਂ ਹੁੰਦੀਆਂ, ਇੱਦਾਂ ਲਾਸ਼ਾਂ ਲੱਦ ਕੇ ਅੱਜ ਸਾਡੇ ਭਾਰਤ ਦੇ ਇਹ ਹਾਲਾਤ ਬਣੇ ਆ। ਤੇ ਇਹਦੇ ਲਈ ਸਾਡੀ ਭਾਰਤੀ ਰਾਜਨੀਤੀ ਜ਼ਿੰਮੇਵਾਰ ਆ, ਜਿਹੜੀ ਹਰ ਰਾਜ ਵਿੱਚ ਆਪਣੀ ਰਾਜਸੀ ਸੱਤਾ ਪ੍ਰਾਪਤ ਕਰਨ ਦੀ ਜਿਹੜੀ ਇੱਛਾ ਆ ਉਹ ਉੱਪਰ ਪ੍ਰਬਲ ਆ। ਤੇ ਜਿਹੜਾ ਲੋਕਾਂ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਸਰਕਾਰ ਦੀਆਂ, ਉਹ ਸਰਕਾਰ ਨੇ ਸਮੇਂ ਸਿਰ ਨਹੀਂ ਨਿਭਾਈਆਂ। ਹੁਣ ਸਾਰੇ ਲੋਕਾਂ ਨੂੰ ਕਦੀ ਲੋਕਡਾਊਨ ਰਾਹੀਂ ਟੰਗਿਆ ਜਾ ਰਿਹਾ। ਤੰਗੀ ਤਾਂ ਹਮੇਸ਼ਾ ਜਨ ਨੂੰ ਰਹਿੰਦੀ ਨਾ, ਚੰਗੀ ਤਾਂ ਲੋਕਾਂ ਨੂੰ, ਪਬਲਿਕ ਨੂੰ ਆ। ਇਹ ਨਹੀਂ ਤਾਂ ਹੁਕਮ ਜਾਰੀ ਕਰ ਦੇਣੇ ਆ। ਜੇ ਇਹੀ ਥੋੜੀ ਜਿਹੀ ਅਵੇਅਰ ਸਰਕਾਰ ਪਹਿਲਾਂ ਹੁੰਦੀ, ਇਹਦਾ ਪ੍ਰਬੰਧ ਪੁਖਤਾ ਪਹਿਲਾਂ ਕੀਤੇ ਹੁੰਦੇ, ਤੇ ਆ ਜਿਹੜੀਆਂ ਸਮੱਸਿਆਵਾਂ ਸਾਨੂੰ ਅੱਜ ਆਈਆਂ ਇਹ ਹੁੰਦੀਆਂ ਨਾ। ਤੇ ਲੋਕ ਜੇ ਇਸ ਗੱਲ ਲਈ ਹਜੇ ਪੂਰੇ ਅਵੇਅਰ ਨਹੀਂ ਹੈਗੇ ਤੇ ਸਾਡੀ ਸਰਕਾਰ ਨੇ ਵੀ ਕੋਈ ਅਵੇਅਰ ਕਰਨ ਦੇ ਲਈ ਆਪਣੀ ਜ਼ਿੰਮੇਵਾਰੀ ਪਹਿਲਾਂ ਨਹੀਂ ਨਿਭਾਈ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਗਾ ਸਾਹਿਬ, ਅਸੀਂ ਸੈਲੀਬ੍ਰਿਟੀਜ਼ ਦੀ ਗੱਲ ਕਰ ਰਹੇ ਸੀ। ਇਹਨਾਂ ਨੂੰ ਲੋਕ ਫੋਲੋ ਕਰਦੇ ਨੇ, ਪਰ ਜੇ ਇਹੀ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਉਣਗੇ ਤੇ ਫਿਰ ਲੋਕ ਕੀ ਸਿੱਖਣਗੇ? ਸੁਨੀਲ ਜੀ, ਤੁਸੀਂ ਗੱਲ ਕਰ ਰਹੇ ਜਿੰਮੀ ਸ਼ੇਰਗਿੱਲ ਦੀ, ਜਿਹੜੇ ਕਿ ਪੰਜਾਬੀ ਅਦਾਕਾਰ ਹੈ, ਫਿਲਮਾਂ ਦੇ ਵੱਖ-ਵੱਖ ਤਰ੍ਹਾਂ ਦੇ ਰੋਲ ਨਿਭਾਉਂਦੇ ਆ। ਇਹ ਬਿਲਕੁਲ ਸੱਚ ਆ ਕਿ ਸਾਡੀ ਯੂਥ ਜਨਰੇਸ਼ਨ ਜਾਂ ਸਾਡੇ ਲੋਕ ਭਾਰਤੀ ਜਿਹੜੇ ਆ ਉਹ ਸੈਲੀਬ੍ਰਿਟੀ ਨੂੰ ਫੋਲੋ ਕਰਦੇ ਆ। ਪਰ ਜਦੋਂ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਦਾ ਨਾਂ ਆ, ਇੱਦਾਂ ਦੇ ਲੋਕ ਜਿਹੜੇ ਕੋਵਿਡ ਨਿਯਮਾਂ ਦੀਆਂ ਪਾਲਣਾ ਨਹੀਂ ਕਰਦੇ, ਤੇ ਇਹ ਸਾਡੇ ਲਈ ਵੀ ਬੜੀ ਮਾੜੀ ਗੱਲ ਹੈ ਤੇ ਇਹਨਾਂ ਕਲਾਕਾਰਾਂ ਲਈ ਵੀ ਬੜੀ ਮਾੜੀ ਗੱਲ ਹੈ। ਕਿਉਂਕਿ ਇਹਨਾਂ ਨੂੰ ਲੋਕ ਫੋਲੋ ਕਰਦੇ ਆ, ਤੇ ਜਿੱਦਾਂ ਫਿਰ ਇਹ ਗਲਤੀਆਂ ਕਰਦੇ ਆ ਤੇ ਲੋਕਾਂ ਵਿੱਚ ਵੀ ਸੰਭਾਵਨਾ ਬਣ ਜਾਂਦੀ ਆ। ਆਪਾਂ ਇਹਨੂੰ ਇਕੱਲੇ ਸੈਲੀਬ੍ਰਿਟੀ ਨੂੰ ਛੱਡ ਲਈਏ ਤਾਂ ਆਪਾਂ ਰਾਜਨੀਤਿਕ ਲੋਕਾਂ ਨੂੰ ਵੀ ਦੇਖ ਲਈਏ। ਕੱਲ ਪਤਾ ਲੱਗਾ ਕਿ ਪਿਛਲੇ ਦਿਨੀ ਜਿਹੜੀ ਸੁਖਬੀਰ ਬਾਦਲ ਨੇ ਇੱਕ ਮੀਟਿੰਗ ਕੀਤੀ ਆ, ਉਹ ਤੋਂ 100 ਤੋਂ ਵੱਧ ਲੋਕ ਸ਼ਾਮਲ ਹੋਏ। ਮਤਲਬ ਇਹ ਸਾਰੇ ਲੋਕ ਜ਼ਿੰਮੇਵਾਰੀ ਸਮਝਣਗੇ ਤਾਂ ਹੀ ਆਪਾਂ ਲੋਕਾਂ ਦੀ ਜਿਹੜੀ ਜ਼ਿੰਮੇਵਾਰੀ ਤੈਅ ਕਰ ਸਕਦੇ ਹਾਂ। ਆਪਾਂ ਦੇਖਦੇ ਹਾਂ ਕਿ ਇਹਦੇ ਵਿੱਚ ਜਦੋਂ ਸਰਕਾਰਾਂ ਜਾਂ ਪਾਰਟੀਆਂ ਜਾਂ ਸੈਲੀਬ੍ਰਿਟੀ ਇੱਦਾਂ ਦੀਆਂ ਜ਼ਿੰਮੇਵਾਰੀਆਂ ਆਪਣੀ ਨਹੀਂ ਨਿਭਾਉਂਦੇ ਤੇ ਸਾਡੇ ਸੁਪਰੀਮ ਕੋਰਟ ਨੂੰ, ਸਾਡੇ ਹਾਈ ਕੋਰਟਾਂ ਨੂੰ ਇਹਦੇ ਉੱਤੇ ਟਿੱਪਣੀ ਕਰਨ ਦੀ ਪੈਂਦੀ ਹੈ ਜਾਂ ਟਿੱਪਣੀ ਕਰਨ ਦਾ ਮੌਕਾ ਮਿਲਦਾ। ਪਿਛਲੇ ਦਿਨੀ ਮਦਰਾਸ ਹਾਈ ਕੋਰਟ ਨੇ ਵੀ ਬਹੁਤ ਜ਼ਿਆਦਾ ਸਖਤ ਸ਼ਬਦਾਂ ਦੇ ਵਿੱਚ ਜਿਹੜਾ ਚੋਣ ਕਮਿਸ਼ਨ ਦੇ ਝਾੜ ਪਾਈ ਵੀ ਤੁਸੀਂ ਲੋਕਾਂ ਦੀਆਂ ਮੌਤਾਂ ਨੂੰ ਜਿਹੜਾ ਆ ਉਹ ਮਤਲਬ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ, ਵੀ ਤੁਸੀਂ ਉੱਥੇ ਏਡੀਆਂ ਵੱਡੀਆਂ ਰੈਲੀਆਂ ਕਿੱਦਾਂ ਹੋਣ ਦਿੱਤੀਆਂ, ਜਾਂ ਇਸ ਤਰ੍ਹਾਂ ਦੀਆਂ ਇੱਡੀਆਂ ਸਖਤ ਟਿੱਪਣੀਆਂ ਕੀਤੀਆਂ। ਅੱਜ ਤੱਕ ਦੇ ਆਪਾਂ ਦੇਖਦੇ ਹਾਂ ਕਿ ਲੰਬੇ ਸਮੇਂ ਦੇ ਵਿੱਚ ਕਦੀ ਹਾਈ ਕੋਰਟ ਨੇ ਚੋਣ ਕਮਿਸ਼ਨ ਤੇ ਏਡੀ ਸਖਤ ਟਿੱਪਣੀ ਨਹੀਂ ਸੀ ਕੀਤੀ। ਹੁਣ ਵੀ ਉਹਨਾਂ ਨੇ ਇਸ ਗੱਲ ਲਈ ਪਾਬੰਦ ਕੀਤਾ ਵੀ ਜਿੱਦਣ 2 ਤਰੀਕ ਨੂੰ ਰਿਜ਼ਲਟ ਆਉਣਗੇ ਉਸ ਤੋਂ ਬਾਅਦ ਜਿਹੜੀਆਂ ਰੈਲੀਆਂ ਆ ਜਾਂ ਉੱਥੇ ਇਕੱਠ ਹੋਣੇ ਜਾਂ ਜਲੂਸ ਨਿਕਲਣੇ ਆ, ਉਹਨਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾ ਸਕੇ। ਇਸ ਤਰ੍ਹਾਂ ਆਪਾਂ ਇਲਾਹਾਬਾਦ ਹਾਈ ਕੋਰਟ ਦੀ ਗੱਲ ਕਰਦੇ ਹਾਂ, ਉਹਨਾਂ ਨੇ ਵੀ ਯੋਗੀ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਆ ਕਿ ਤੁਸੀਂ ਜਿਹੜਾ ਲੋਕਡਾਊਨ ਆ ਉਹਨੂੰ ਸਖਤੀ ਨਾਲ ਪਾਲਣਾ ਕਰੋ, ਚਾਹੇ ਕਿ ਉਹਨੇ ਸੁਪਰੀਮ ਕੋਰਟ ਦੇ ਵਿੱਚ ਇਹਦੀ ਜਾਣੀ ਕਿ ਰਾਹਤ ਲੈ ਲਈ ਸੀਗੀ। ਆਪਾਂ ਦਿੱਲੀ ਹਾਈ ਕੋਰਟ ਦੀ ਵੀ ਗੱਲ ਕਰਦੇ। ਦਿੱਲੀ ਹਾਈ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਇੱਥੇ ਤੱਕ ਕਹਿ ਰਹੀ ਹੈ ਵੀ ਤੁਸੀਂ ਲੋਕਾਂ ਦੀਆਂ ਮੌਤਾਂ ਦਾ ਸੌਦਾ ਕਰਨਾ ਚਾਹੁੰਦੇ ਆ, ਤੁਸੀਂ ਲੋਕਾਂ ਦੀਆਂ ਮੌਤਾਂ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ, ਤੁਸੀਂ ਚਾਹੁੰਦੇ ਨਹੀਂ ਵੀ ਲੋਕ ਸਾਡੇ ਬਚਣ। ਸੈਂਟਰ ਸਰਕਾਰ ਜਿਹੜੀ ਲੋਕਾਂ ਨੂੰ ਮਾਰਨਾ ਚਾਹੁੰਦੀ ਆ। ਏਡੀ ਵੱਡੀ ਸਖਤ ਟਿੱਪਣੀ ਜਿਹੜੀ ਹਾਈ ਕੋਰਟ ਆਉਣੀ ਕੇਂਦਰ ਸਰਕਾਰ ਦੇ ਕਾਰਜਕਾਰੀ ਦੇ ਉੱਤੇ, ਇਹ ਬਹੁਤ ਇੱਕ ਵੱਡੀ ਗੱਲ ਹੈ ਤੇ ਸ਼ਰਮ ਵਾਲੀ ਵੀ ਗੱਲ ਆ। ਪਹਿਲੀ ਗੱਲ ਦੀ ਨਾਲ ਆਪਾਂ ਜੋੜਦੇ ਵੀ ਜਿਸ ਸਰਕਾਰ ਨੇ ਪਿਛਲੇ ਸਾਲ ਦੇ ਵਿੱਚ, ਜਿੱਦਾਂ ਸ਼ਰਮਾ ਜੀ ਨੇ ਦੱਸਿਆ ਕਿ ਉਸ ਵੇਲੇ ਵੈਂਟੀਲੇਟਰ ਦੀ ਘਾਟ ਸੀ, ਇਸ ਵੇਲੇ ਸਭ ਨੂੰ ਵੱਧ ਰੌਲਾ ਜਿਹੜਾ ਦੁਨੀਆ ਦੇਖ ਰਹੀ ਆ ਵੀ ਭਾਰਤ ਇਸ ਵੇਲੇ ਆਕਸੀਜਨ ਦੀ ਘਾਟ ਦੇ ਨਾਲ ਕਿੱਦਾਂ ਜੂਝ ਰਿਹਾ। ਵੱਖ-ਵੱਖ ਦੇਸ਼ਾਂ ਤੋਂ ਆਫਰਾਂ ਹੋਈਆਂ, ਜਿੱਦਾਂ ਕੈਨੇਡਾ ਤੋਂ ਵੱਡੀ ਮਾਲੀ ਮਦਦ ਆਈ ਆ। ਜਿਹੜੇ ਅੱਜ ਤੋਂ 3 ਮਹੀਨੇ ਪਹਿਲਾਂ ਜਦੋਂ ਉਹੀ ਪ੍ਰਧਾਨ ਮੰਤਰੀ ਕਿਸਾਨਾਂ ਦੇ ਹੱਕ 'ਚ ਬੋਲਿਆ ਸੀ ਤੇ ਸਾਰੀ ਬੀਜੇਪੀ, ਸਾਰਾ ਇਹਨਾਂ ਦਾ ਨਿੱਕੜ ਸੁੱਕੜ ਸੀਗਾ, ਉਹ ਸਾਰਾ ਹੀ ਖਿਲਾਫ ਹੋ ਗਿਆ ਵੀ ਸਾਡੇ ਦੇਸ਼ ਦੇ ਮਸਲੇ 'ਚ ਟਰੂਡੋ ਨੇ ਕਿਉਂ ਬਿਆਨ ਦਿੱਤਾ। ਅੱਜ ਉਹਨਾਂ ਲੋਕਾਂ ਨੇ ਉਸ ਧਰਤੀ ਨੇ ਫਿਰ ਪੰਜਾਬ ਦੇ ਨਾਲ, ਭਾਰਤ ਦੇ ਨਾਲ ਖੜਨ ਦੀ ਫਿਰ ਹਿੰਮਤ ਦਿਖਾਈ ਆ। ਨਾਲ ਬਾਕੀ ਦੇਸ਼ ਵੀ ਬੜੇ ਹੈਗੇ ਆ ਜਿਹੜਾ ਦੇਸ਼ਾਂ ਨੇ ਭਾਰਤ ਨੂੰ ਇਸ ਵੇਲੇ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਆ ਤੇ ਭੇਜ ਵੀ ਰਹੇ ਆ। ਨਾਕਾਮ ਰਹੀਆਂ ਤੇ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਰਹੀਆਂ ਤੇ ਇਹ ਸਰਕਾਰਾਂ ਨੂੰ ਆਪਣੀ ਟਾਈਮ ਸਿਰ ਜ਼ਿੰਮੇਵਾਰੀ ਸਮਝ ਕੇ ਤੇ ਇਸ ਬਿਮਾਰੀ ਦੇ ਵਿੱਚ ਇਸ ਵੇਲੇ ਰਾਜਨੀਤੀ ਨਹੀਂ ਲੱਭਣੀ ਚਾਹੀਦੀ, ਮੌਤਾਂ ਦਾ ਵਪਾਰ ਨਹੀਂ ਹੋਣਾ ਚਾਹੀਦਾ, ਕੰਪਨੀਆਂ ਤੇ ਕੰਟਰੋਲ ਚਾਹੀਦਾ ਆ, ਦਵਾਈਆਂ ਦੀ ਜਿਹੜੀ ਪੂਰੀ ਇਸ ਵੇਲੇ ਉਪਲਬਧਤਾ ਹੋਣੀ ਚਾਹੀਦੀ, ਚੰਗੀ ਵਿਵਸਥਾ ਹੋਣੀ ਚਾਹੀਦੀ। ਸ਼ਰਮਾ ਜੀ, ਲੋਕ ਅਵੇਸਲੇ ਨੇ, ਰਾਜਨੀਤਿਕ ਲੀਡਰ ਅਵੇਸਲੇ ਨੇ, ਸੈਲੀਬ੍ਰਿਟੀਜ਼ ਅਵੇਸਲੀਆਂ ਨੇ, ਕੀ ਕਹਿਣਾ ਚਾਹੋਗੇ? ਬਿਲਕੁਲ, ਜਿੱਦਾਂ ਬਿਲਗਾ ਸਰ ਨੇ ਹੁਣੇ ਦੱਸਿਆ ਕਿ ਲੋਕ ਇਹਨਾਂ ਨੂੰ ਫੋਲੋ ਕਰਦੇ ਨੇ, ਤੁਸੀਂ ਵੀ ਦੱਸਿਆ। ਅਸੀਂ ਬੀਤੇ ਦੇ ਵਿੱਚ ਦੇਖਦੇ ਹਾਂ ਕਿ ਜੋ ਸਾਡੇ ਸਿੰਗਰ ਕਰਦੇ ਨੇ, ਜੋ ਸਾਡੇ ਐਕਟਰ ਕਰਦੇ ਨੇ, ਜੋ ਸਾਡੇ ਵੱਡੇ ਕ੍ਰਿਕਟਰ ਕਰਦੇ ਨੇ, ਜੋ ਸਾਡੀਆਂ ਸੈਲੀਬ੍ਰਿਟੀਜ਼ ਜਿਹੜੀਆਂ ਫਿਲਮਾਂ ਨੂੰ ਅਸੀਂ ਫੋਲੋ ਕਰਦੇ ਹਾਂ, ਜਾਂ ਫਿਰ ਸਾਡੇ ਕੁਝ ਲੀਡਰ ਨੇ ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਨੇ। ਅਸੀਂ ਆਮ ਤੌਰ 'ਤੇ ਕੱਪੜੇ ਵੀ ਉਹੋ ਜਿਹੇ ਨੌਜਵਾਨਾਂ ਦੇ ਪਾਏ ਦੇਖਦੇ ਹਾਂ ਜਿਹੋ ਜਿਹੇ ਅਸੀਂ ਉਹਨਾਂ ਦੇ ਕਿਸੇ ਗਾਣੇ ਦੇ ਵਿੱਚ ਜਾਂ ਕਿਸੇ ਫਿਲਮ 'ਚ ਦੇਖੇ ਹੁੰਦੇ ਨੇ।
ਤੇ ਇੱਕ ਲੁਧਿਆਣਾ ਦੇ ਕਿਸੇ ਸਕੂਲ ਦੇ ਵਿੱਚ ਉਹਨਾਂ ਨੇ ਉਹਦੀ ਪਰਮਿਸ਼ਨ ਲਈ ਸੀ ਸ਼ੂਟਿੰਗ ਦੀ, ਕਿਸੇ ਜਿਹੜੀ OTT ਅੱਜ ਕੱਲ੍ਹ ਕਹਿੰਦੇ ਅਸੀਂ ਉਹਨੂੰ, ਪਲੇਟਫਾਰਮ ਦੇ ਉੱਤੇ ਜਿਹੜੀ ਇੰਟਰਨੈਟ ਦੇ ਉੱਤੇ ਫਿਲਮਾਂ ਬਣਾ ਕੇ ਚਲਾਉਂਦੇ ਨੇ, ਉਹਦੀ ਉਹ ਸ਼ੂਟਿੰਗ ਕਰ ਰਿਹਾ ਜਿਮੀ ਸ਼ੇਰਗਿੱਲ ਸਾਹਿਬ। ਬਹੁਤ ਚੰਗੇ ਕਲਾਕਾਰ ਨੇ ਤੇ ਨਾਮ ਸਿਰਫ ਉਹਨਾਂ ਦਾ ਆ ਜਾਂਦਾ ਕਿਉਂਕਿ ਉਹ ਸੈਲੀਬ੍ਰਿਟੀ ਨੇ, ਜਦ ਕਿ ਸ਼ੂਟਿੰਗ ਦੀ ਜਿਹੜੀ ਪਲੈਨਿੰਗ ਆ ਉਹ ਡਾਇਰੈਕਟਰ ਕਰਦਾ ਹੈ ਜਾਂ ਜਿਹੜੀ ਬਾਕੀ ਟੀਮ ਆ, ਕਰੂ ਮੈਂਬਰ ਆ ਸਾਰੇ, ਉਹਨਾਂ ਨੇ ਇੱਕ 10 ਦਿਨ ਦਾ ਉਸ ਸਕੂਲ ਨਾਲ ਠੇਕਾ ਕੀਤਾ ਹੋਇਆ ਸੀ ਕਿ 10 ਦਿਨ ਲਈ ਤੁਹਾਡੇ ਸਕੂਲ ਦੇ ਵਿੱਚ ਅਸੀਂ ਸ਼ੂਟਿੰਗ ਕਰਾਂਗੇ, ਕਿਉਂਕਿ ਉਹ ਸਕੂਲ ਬੰਦ ਆ। ਕਮਿਸ਼ਨਰ ਆਫ ਪੁਲਿਸ ਤੋਂ ਉਹਨਾਂ ਕੋਲ ਮਨਜ਼ੂਰੀ ਸੀ। ਸ਼ੂਟਿੰਗ ਚੱਲਦਿਆਂ ਕੁਝ ਟਾਈਮ ਵੱਧ ਲੱਗ ਗਿਆ ਹੋਣਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਮੈਂ ਉਹਨਾਂ ਦਾ ਬਚਾਅ ਨਹੀਂ ਕਰ ਰਿਹਾ, ਪਰ ਜੋ ਵੀ ਤੁਹਾਡੀ ਗੱਲ ਆ ਉਹ ਬਿਲਕੁਲ ਠੀਕ ਆ। ਉਹਨਾਂ ਨੂੰ ਵੀ ਸਾਰੀਆਂ ਚੀਜ਼ਾਂ ਦੀ ਪਾਲਣਾ ਕਰਨੀ ਪੈਣੀ ਆ ਤੇ ਕਰਨੀ ਚਾਹੀਦੀ ਆ। ਤੇ ਜਦੋਂ ਸ਼ੂਟਿੰਗ ਟੀਮ ਆਉਂਦੀ ਆ, ਸਵਲੀਨ ਜੀ ਬੰਬੇ ਤੋਂ ਇੱਕ ਟੀਮ ਆਈ ਹੋਣੀ ਆ, ਵੱਡਾ ਕਰੂ ਮੈਂਬਰ ਆ, 100-150 ਮੈਂਬਰ ਆਇਆ ਹੋਇਆ, ਤੇ ਉਹਨਾਂ ਨੂੰ ਆਪਣੇ ਸਮੇਂ ਦਾ ਤੇ ਰਿਸੋਰਸਿਸ ਨੂੰ ਵਰਤਣ ਦਾ ਤੇ ਪੈਸੇ ਧੇਲੇ ਦਾ ਖਿਆਲ ਵੀ ਰਹਿੰਦਾ, ਤੇ ਉਹਨਾਂ ਤੋਂ ਸਮਾਂ ਵੱਧ ਲੱਗ ਗਿਆ ਹੋਣਾ। ਪਰ ਉਹ ਇੱਕ ਹੋਰ ਵੀ ਮਜਬੂਰੀ ਆ ਕਿ ਬਹੁਤ ਸਮੇਂ ਤੋਂ ਸਾਰੇ ਹੀ ਬਿਜ਼ਨਸ ਜਿਹੜੇ ਨੇ ਉਹ ਬਹੁਤ ਲੰਬੇ ਚੌੜੇ ਤਰੀਕੇ ਦੇ ਨਾਲ ਠੱਪ ਪਏ ਨੇ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮਕਾਜ ਜਿਹੜਾ ਆ ਸਿਵਾਏ ਗਰੋਸਰੀ ਤੋਂ ਕਿਸੇ ਬਾਜ਼ਾਰ ਦੇ ਵਿੱਚ ਕੋਈ ਹਲਚਲ ਨਜ਼ਰ ਨਹੀਂ ਆਉਂਦੀ ਜੀ। ਚਾਹੇ ਤੁਸੀਂ ਵਿਆਹ ਦੀ ਗੱਲ ਕਰ ਲਓ ਜਾਂ ਕਿਸੇ ਵੀ ਤੁਸੀਂ ਹਿੰਦੁਸਤਾਨ ਦੇ ਵਿੱਚ ਚੱਲਦੇ ਹੋਏ ਬਿਜ਼ਨਸ ਦੀ ਵਪਾਰ ਦੀ ਗੱਲ ਕਰੀਏ ਤੇ ਉਹਦੇ ਵਿੱਚ ਜਿਹੜੀ ਨਿਮਾਣ ਆ ਉਹ ਬਿਲਕੁਲ ਆ ਰਿਹਾ। ਤੇ ਹੋ ਸਕਦਾ ਉਹਨਾਂ ਦਾ ਇਹ ਮਨਸ਼ਾ ਹੋਵੇ ਕਿ ਇਸ ਸ਼ੂਟਿੰਗ ਨੂੰ ਅਸੀਂ ਜਲਦੀ ਮੁਕਾ ਲਈਏ, ਪਰ ਗੱਲ ਇਹ ਆ ਕਿ ਅਸੀਂ ਇਸ ਗੱਲ ਦੇ ਉੱਤੇ ਪਹਿਲਾਂ ਵੀ ਕਈ ਵਾਰ ਗੱਲ ਕਰਦੇ ਹਾਂ ਕਿ ਰਾਤ ਦਾ ਕਰਫਿਊ ਲਾਉਣ ਦਾ ਜਿਹੜਾ ਆ ਮਸਲਾ ਆ, ਇਹ ਸਰਕਾਰਾਂ ਦੀ ਜਿਹੜੀ ਗੱਲਬਾਤ ਆ ਉਹ ਸਾਡੀ ਸਮਝ ਤੋਂ ਬਾਹਰ ਆ। ਕਿਵੇਂ ਤੁਸੀਂ ਰਾਤ ਦੇ ਕਰਫਿਊ ਲਾ ਕੇ ਕਰੋਨਾ ਤੋਂ ਬਚਾਅ ਕਰਦੇ ਆ, ਤੇ ਕਿਉਂ ਤੁਸੀਂ ਉਸ ਸਾਰੀ ਚੀਜ਼ਾਂ ਨੂੰ ਉਨੀ ਦਿਨ ਤੱਕ ਚੱਲਣ ਦਿੱਤਾ ਜਦ ਤੱਕ ਤੁਹਾਡਾ ਕੁੰਭ ਚੱਲ ਰਿਹਾ ਸੀ, ਜਦ ਤੱਕ ਤੁਹਾਡੀਆਂ ਇਲੈਕਸ਼ਨ ਚੱਲ ਰਹੀਆਂ ਸੀ, ਜਦ ਤੱਕ ਤੁਹਾਡੀਆਂ ਰੈਲੀਆਂ ਚੱਲਣੀਆਂ ਸੀ। ਤੇ ਹੁਣ ਵੀ ਅੱਜ ਦੀ ਇਹ ਖਬਰ ਆ ਕਿ ਅੱਜ ਜਾਂ ਕੱਲ੍ਹ ਤੱਕ 150 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਕੇਸਿਸ ਵੱਧ ਰਹੇ ਨੇ ਉੱਥੇ ਲੋਕਡਾਊਨ ਪੂਰੇ ਦੇਸ਼ ਦੇ ਵਿੱਚ 150 ਜ਼ਿਲ੍ਹਿਆਂ ਦੀ ਪਛਾਣ ਕੀਤੀ ਆ ਜਿੱਥੇ ਲੋਕਡਾਊਨ ਲਾਇਆ ਜਾਵੇਗਾ। 15% ਤੋਂ ਜ਼ਿਆਦਾ ਕਹਿ ਰਹੇ ਕਿ ਜਿੱਥੇ ਕੇਸਿਸ ਆ ਰਹੇ ਨੇ ਉੱਥੇ ਲੋਕਡਾਊਨ ਲਗਾ ਦਿਓ। ਬਿਲਕੁਲ, ਪਰ ਸਵਲੀਨ ਜੀ ਕੇਸ ਵਧਣੇ ਮਾਰਚ 'ਚ ਸ਼ੁਰੂ ਹੋ ਗਏ ਸੀ। 15 ਮਾਰਚ ਦੇ ਨੇੜੇ ਤੇੜੇ ਕੇਸਿਸ ਜਿਹੜੇ ਸੀ ਵਧਣੇ ਸ਼ੁਰੂ ਹੋ ਗਏ ਸੀ। 1.5 ਮਹੀਨੇ ਤੋਂ ਜ਼ਿਆਦਾ ਹੋ ਗਿਆ, ਅਪਰੋਕਸੀਮੇਟਲੀ 2 ਮਹੀਨੇ ਹੀ ਹੋ ਗਏ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ। ਰੋਜ਼ ਦੀ ਰੋਜ਼ ਮੋਨੀਟਰਿੰਗ ਹੁੰਦੀ ਆ। ਸੈਂਟਰ ਗਵਰਨਮੈਂਟ ਦੀ ਆਪਣੀ ਵੈਬਸਾਈਟਸ ਆ, ਸਟੇਟ ਸਰਕਾਰਾਂ ਦੇ ਕੋਲ ਆਪਦੇ ਆਪਣੇ ਅੰਕੜੇ ਨੇ। ਇਹਨਾਂ ਨੂੰ ਉਦੋਂ ਨਹੀਂ ਪਤਾ ਲੱਗਿਆ ਸੀ ਕਿ ਜਿਹੜੇ ਅੰਕੜੇ ਵਧਣੇ ਸ਼ੁਰੂ ਹੋ ਗਏ ਨੇ ਤੇ ਅਸੀਂ ਉਦੋਂ ਲੋਕਡਾਊਨ ਲਾ ਲਈਏ। ਪਰ ਉਦੋਂ ਲੋਕਡਾਊਨ ਇਸ ਕਰਕੇ ਨਹੀਂ ਲਾਇਆ ਕਿਉਂਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਹਾਲੇ ਥੋੜ੍ਹਾ ਜਿਹਾ ਹੋਰ ਵੱਧ ਲੈਣ, ਕੋਈ ਗੱਲ ਨਹੀਂ, ਸਾਡੀਆਂ ਇਲੈਕਸ਼ਨ ਮੁੱਕ ਜਾਣਗੀਆਂ। ਅੱਜ ਇਲੈਕਸ਼ਨ ਮੁੱਕਣੀਆਂ ਨੇ, ਚਾਹੇ ਉਹ ਯੂਪੀ ਦੀਆਂ ਸਟੇਟ ਪੰਚਾਇਤ ਇਲੈਕਸ਼ਨਸ ਨੇ ਤੇ ਚਾਹੇ ਬੰਗਾਲ ਦਾ ਆਖਰੀ ਚੋਣ ਆ। ਤੇ ਅੱਜ ਜੇ 150 ਉਹਦੇ ਉੱਤੇ ਕਰ ਦੇਣਾ ਆ, ਲੋਕਡਾਊਨ ਇੰਪੋਜ਼ ਕਰਨਾ 150 ਜ਼ਿਲ੍ਹਿਆਂ ਦੇ ਵਿੱਚ, ਤੇ ਫਿਰ ਆਮ ਲੋਕ ਇਹੀ ਕਹਿਣਗੇ ਕਿ ਸਰਕਾਰ ਲੋਕਾਂ ਨੂੰ ਮਰਦੇ ਹੋਏ ਦੇਖਣਾ ਚਾਹੁੰਦੀ ਆ, ਇਹਨਾਂ ਨੂੰ ਸਿਰਫ ਵੋਟਾਂ ਦੀ ਫਿਕਰ ਹੈ। ਤੇ ਫਿਰ ਚਾਹੇ ਉਹ ਮਦਰਾਸ ਹਾਈ ਕੋਰਟ ਆ, ਮਾਣਯੋਗ ਹਾਈ ਕੋਰਟ ਨੇ, ਹਿੰਦੁਸਤਾਨ ਦੀਆਂ ਬਹੁਤ ਪੁਰਾਣੀਆਂ ਸੰਸਥਾਵਾਂ ਨੇ, ਨਿਆਂ ਦੇ ਲਈ ਲੋਕ ਉਹਨਾਂ ਵੱਲ ਦੇਖਦੇ ਨੇ, ਚਾਹੇ ਉਹ ਦਿੱਲੀ ਹਾਈ ਕੋਰਟ ਆ, ਚਾਹੇ ਉਹ ਇਲਾਹਾਬਾਦ ਹਾਈ ਕੋਰਟ ਆ। ਇਲਾਹਾਬਾਦ ਹਾਈ ਕੋਰਟ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਤੁਸੀਂ ਸਖਤ ਟਿੱਪਣੀ ਵੀ ਨਹੀਂ ਕਹਿ ਸਕਦੇ। ਜੱਜ ਸਾਹਿਬ ਨੇ ਯੂਪੀ ਸਰਕਾਰ ਨੂੰ ਕਿਹਾ ਕਿ ਅਸੀਂ ਹੱਥ ਜੋੜਦੇ ਹਾਂ, ਅਸੀਂ ਤੁਹਾਨੂੰ ਨਿਵੇਦਨ ਕਰਦੇ ਹਾਂ ਕਿ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਸਟੇਟ ਦੀ ਜਿਹੜੀ ਆਬਾਦੀ ਹੈ ਉਹ ਕਿੰਨੀ ਜ਼ਿਆਦਾ ਹੈ, ਤੁਹਾਡੇ ਕੋਲ ਡਾਕਟਰ, ਨਰਸਾਂ, ਹਸਪਤਾਲ ਤੇ ਹੋਰ ਪ੍ਰਬੰਧ ਨਹੀਂ ਹਨ, ਤੇ 2 ਹਫ਼ਤੇ ਦਾ ਤੁਸੀਂ ਸਖਤ ਲੋਕਡਾਊਨ ਲਾ ਦਿਓ। ਹੱਥ ਜੋੜਨ ਦੀ ਵਜ੍ਹਾ ਉਹੀ ਜਿਹੜੀ ਬਿਲਗਾ ਸਾਹਿਬ ਨੇ ਦੱਸੀ ਕਿ ਪਹਿਲਾਂ ਉਹਨਾਂ ਨੇ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਉਸ ਲੋਕਡਾਊਨ ਨੂੰ ਖੁੱਲ੍ਹਾ ਰੱਖ ਲਿਆ ਸੀ। ਦੇਖੋ, ਇੱਕ ਗੱਲ ਸਮਝਣੀ ਪਏਗੀ, ਅਸੀਂ ਬਹੁਤ ਵਾਰ ਇਹ ਗੱਲ ਕਰਦੇ ਹਾਂ, ਸੱਚ ਜਿਹੜਾ ਉਹ ਸੱਚ ਹੀ ਰਹਿਣਾ ਹੈ। ਤੁਸੀਂ ਅੱਜ ਸਰਕਾਰ ਬਣਾ ਲਓ ਤੇ ਸਰਕਾਰ ਚਲਾਉਣੀ ਤੇ ਇਹਨਾਂ ਲੋਕਾਂ ਤੇ ਹੀ ਆ। ਜੇ ਲੋਕ ਹੀ ਮਰ ਜਾਣਗੇ, ਜੇ ਲੋਕ ਹੀ ਨਾ ਹੋਣਗੇ, ਜੇ ਲੋਕਾਂ ਦੀ ਅਰਥ ਵਿਵਸਥਾ ਹੀ ਗਰਕ ਹੋ ਜਾਏਗੀ ਤੇ ਤੁਸੀਂ ਕਰੋਗੇ ਕੀ ਸਰਕਾਰ ਬਣਾ ਕੇ? ਇਹ ਗੱਲ ਸੋਚਣੀ ਪਏਗੀ। ਬੀਤੇ ਦਿਨੀ ਭਾਰਤ ਦੇ ਗ੍ਰਹਿ ਮੰਤਰੀ ਜਿਸ ਦਿਨ ਇੱਕ ਬੰਗਾਲ ਦੀ ਕਿਸੇ ਰੈਲੀ ਤੋਂ ਵਾਪਸ ਆ ਰਹੇ ਸੀ ਤੇ ਉਹ ਆਪਣੇ ਜਹਾਜ਼ ਦੇ ਵਿੱਚ ਇੱਕ ਪੱਤਰਕਾਰ ਨਾਲ ਗੱਲ ਕਰ ਰਹੇ ਸੀ। ਮੈਨੂੰ ਬੜੀ ਹਾਸੋਹੀਣੀ ਗੱਲ ਲੱਗੀ। ਉਸ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਕਿ ਕਾਂਗਰਸ ਨੇ ਆਪਣੀਆਂ ਰੈਲੀਆਂ ਸਥਗਿਤ ਕਰ ਦਿੱਤੀਆਂ ਤੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੇ ਉਹਨਾਂ ਨੇ ਬੜਾ ਮਜ਼ਾਕੀਆ ਲਹਿਜੇ ਨਾਲ ਇਸ ਗੱਲ ਦਾ ਜਵਾਬ ਦਿੱਤਾ, ਤੰਜ਼ ਕੱਸਿਆ ਉਹਨਾਂ ਦੇ ਉੱਤੇ, ਕਾਂਗਰਸ ਦੇ ਉੱਤੇ, ਕਿ ਉਹਨਾਂ ਦੀ ਕੋਈ ਰੈਲੀ ਸੀਗੀ ਵੀ ਜਿਹੜੀ ਉਹਨਾਂ ਨੇ ਕੈਂਸਲ ਕੀਤੀ ਹੈ। ਫਿਰ ਉਹਨਾਂ ਨੇ ਆਪਣੇ ਉਸ ਗੱਲ ਦੇ ਵਿੱਚ, ਆਪਣੇ ਸਮਰਥਨ ਦੇ ਵਿੱਚ, ਆਪਣੀ ਗੱਲ ਨੂੰ ਸਹੀ ਸਿੱਧ ਕਰਨ ਲਈ ਇਹ ਤਰਕ ਦਿੱਤਾ ਸਵਲੀਨ ਜੀ ਕਿ ਭਾਰਤ ਦੇ ਵਿੱਚ ਜਦੋਂ ਕਿਸੇ ਵਿਧਾਨ ਮੰਡਲ ਦੀ ਜਾਂ ਕਿਸੇ ਵਿਧਾਨ ਪਾਲਿਕਾ ਦੀ ਜਾਂ ਜਦੋਂ ਕਿਤੇ ਸਟੇਟ ਲੈਜਿਸਲੇਟਿਵ ਦੀ ਜਿਹੜੀ ਅਵਧੀ ਆ, ਜਿਹੜਾ ਸਮਾਂ ਆ, ਜਿਹੜਾ ਟੈਨਿਓਰ ਆ ਉਹ ਖਤਮ ਹੁੰਦਾ ਤੇ ਉੱਥੇ ਚੋਣਾਂ ਕਰਾਉਣੀਆਂ ਪੈਂਦੀਆਂ, ਉਹਦੇ ਵਿੱਚ ਕੋਈ ਹੋਰ ਬਦਲ ਨਹੀਂ ਹੈਗਾ। ਮੈਂ ਪੁੱਛਣਾ ਚਾਹੁੰਦਾ ਇਸ ਮਾਮਲੇ ਦੇ ਉੱਤੇ ਗ੍ਰਹਿ ਮੰਤਰੀ ਸਾਹਿਬ ਤੋਂ ਵੀ ਤੇ ਬਾਕੀ ਕਾਨੂੰਨ ਵਿਸ਼ੇਸ਼ਗਿਆਂ ਤੋਂ ਕਿ ਕੀ ਐਮਰਜੈਂਸੀ ਦੀ ਹਾਲਾਤ ਦੇ ਵਿੱਚ ਰਾਸ਼ਟਰਪਤੀ ਸਾਹਿਬ ਜਾਂ ਗਵਰਨਰ 6 ਮਹੀਨੇ ਉਸ ਸਰਕਾਰ ਨੂੰ ਵੱਧ ਟਾਈਮ ਨਹੀਂ ਦੇ ਸਕਦੇ? ਬਹੁਤ ਵਾਰ ਇੱਦਾਂ ਹੁੰਦਾ। ਤੇ ਗ੍ਰਹਿ ਮੰਤਰੀ ਨੇ ਪੱਤਰਕਾਰ ਨੂੰ ਕਹਿਤਾ ਤੇ ਪੱਤਰਕਾਰ ਨੇ ਅੱਗੋਂ ਇਸ ਸਵਾਲ ਨੂੰ ਜਵਾਬ ਨਹੀਂ ਦਿੱਤਾ। ਪਰ ਗੱਲ ਤੇ ਇਹੀ ਆ ਕਿ ਕੀ ਚੋਣਾਂ ਸਭ ਤੋਂ ਜ਼ਰੂਰੀ ਨੇ ਜਾਂ ਇਸ ਮਹਾਮਾਰੀ ਦੇ ਵਿੱਚ ਬਚਣਾ ਸਭ ਤੋਂ ਜ਼ਰੂਰੀ ਹੈ? ਚਾਹੇ ਜਿਮੀ ਸ਼ੇਰਗਿੱਲ ਦੀ ਅਸੀਂ ਗੱਲ ਕਰੀਏ, ਚਾਹੇ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ, ਇਹਨਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦੀ ਗੱਲ ਨਜ਼ਰ ਆ ਰਹੀ ਹੈ। ਅਸੀਂ ਬੀਤੇ 'ਚ ਗੱਲ ਕੀਤੀ ਸੀ ਕਿ ਕਣਕ ਦੀ ਖਰੀਦ ਨਾਲ ਹੀ ਏਡੀ ਇੰਪੋਰਟੈਂਟ ਗੱਲ ਨਹੀਂ ਸੀ, 10 ਮਹੀਨੇ ਬਾਅਦ ਆਉਣ ਵਾਲੀਆਂ ਚੋਣਾਂ ਇਹਨਾਂ ਲਈ ਇੰਪੋਰਟੈਂਟ ਹੈ। ਤੇ ਇਸੇ ਤਰ੍ਹਾਂ
ਭਾਵੇਂ ਕਿ ਅਸੀਂ ਸਮੇਂ ਸਰ ਦੇਖਿਆ ਕਿ ਬਹੁਤ ਸਾਰੇ ਵੱਡੇ ਵੱਡੇ ਲੋਕਾਂ ਨੂੰ ਵੀ ਕੋਵਿਡ ਹੋ ਰਿਹਾ, ਪਰ ਉਹਨਾਂ ਕੋਲ ਸਾਧਨ ਵੀ ਉਹਨੇ ਵੱਡੇ ਨੇ, ਉਹਨਾਂ ਨੂੰ ਹਸਪੀਟਲ ਵੀ ਮਿਲ ਜਾਂਦੇ ਨੇ, ਉਹਨਾਂ ਨੂੰ ਲਿਆਉਣ ਲਈ ਕਾਰਾਂ ਵੀ ਮਿਲ ਜਾਂਦੀਆਂ ਨੇ, ਤੇ ਉਹਨਾਂ ਲਈ ਆਕਸੀਜਨ ਦੀ ਕਮੀ ਵੀ ਨਹੀਂ ਆਉਂਦੀ। ਤੇ ਇੱਥੇ ਤੇ ਦਿੱਲੀ ਦੇ ਪੇਸ਼ੈਂਟਸ, ਮੇਰੇ ਆਪ ਦੀ ਜਾਣਕਾਰੀ ਦੇ 2 ਲੋਕ ਚੰਡੀਗੜ੍ਹ ਬਿਮਾਰ ਨੇ ਤੇ ਚੰਡੀਗੜ੍ਹ ਕੋਈ ਹਸਪੀਟਲ ਨਹੀਂ ਮਿਲਿਆ ਤੇ ਲੁਧਿਆਣੇ ਐਡਮਿਟ ਨੇ। ਦਿੱਲੀ ਦੇ ਲੋਕ ਪੁੱਛ ਰਹੇ ਨੇ, ਦਿੱਲੀ ਦੇ ਲੋਕ ਇੱਥੋਂ ਪੁੱਛ ਰਹੇ ਨੇ ਪੰਜਾਬ ਚੋਂ ਕਿ 1 ਸਿਲੰਡਰ ਮਿਲ ਜਾਏਗਾ, ਅਸੀਂ ਗੱਡੀ ਲੈ ਕੇ 1 ਸਿਲੰਡਰ ਲੈ ਕੇ ਜਾਣ ਲਈ ਵੀ ਤਿਆਰ ਨੇ। ਉਹ ਹਾਲਾਤ ਜਿਹੜੇ ਨੇ ਬਹੁਤ ਗੰਭੀਰ ਨੇ, ਪਰ ਸਰਕਾਰਾਂ ਜਿਹੜੀਆਂ ਆ ਓਨੀਆਂ ਗੰਭੀਰ ਨਹੀਂ। ਵਿਸ਼ਵ ਭਾਈਚਾਰੇ ਨੇ ਬਹੁਤ ਮਦਦ ਕੀਤੀ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਉਹਨਾਂ ਨੇ ਕਰਨੀ ਸੀ। ਜਦੋਂ ਮੌਕੇ ਤੇ ਕਿਤੇ ਵੀ ਲੋੜ ਪੈਂਦੀ ਆ, ਭਾਰਤ ਸਰਕਾਰ ਵੀ ਸਮੇਂ-ਸਮੇਂ ਤੇ ਬਹੁਤ ਲੋਕਾਂ ਦੀ ਮਦਦ ਕਰਦੀ ਆ। ਅਸੀਂ ਇਸੇ ਸਮੇਂ ਦੇ ਵਿੱਚ ਦੇਖਿਆ, ਪਿਛਲੇ ਮਹੀਨੇ ਦੇ ਵਿੱਚ ਜਦੋਂ ਤੋਂ ਟੀਕਾ ਜਿਹੜਾ ਆ ਬਣਨਾ ਸ਼ੁਰੂ ਹੋਇਆ, ਉਹਦੀ ਪ੍ਰੋਡਕਸ਼ਨ ਸ਼ੁਰੂ ਹੋਈ ਆ, 90 ਤੋਂ ਜ਼ਿਆਦਾ ਦੇਸ਼ਾਂ ਨੂੰ ਭਾਰਤ ਸਰਕਾਰ ਨੇ ਟੀਕੇ ਭੇਜੇ ਨੇ। ਤੇ ਜੇ ਅੱਜ ਸਾਨੂੰ ਆਕਸੀਜਨ ਦੀ ਲੋੜ ਸੀ ਤੇ ਦੁਨੀਆ ਵੀ ਭੇਜ ਰਹੀ ਆ। ਪਰ ਕੀ ਸਾਡੇ ਲਈ ਸਿਰਫ ਆਕਸੀਜਨ ਪਲਾਂਟਸ ਨੂੰ ਚਾਲੂ ਕਰਨਾ ਹੀ ਪਿਛਲੇ 1 ਸਾਲ ਦੇ ਵਿੱਚ ਅਸੀਂ ਇੰਨਾ ਕੰਮ ਵੀ ਨਹੀਂ ਕਰ ਸਕੇ? ਗ੍ਰਹਿ ਮੰਤਰੀ ਸਾਹਿਬ ਨੇ ਬੜੇ ਦਾਅਵੇ ਨਾਲ ਇਹ ਗੱਲ ਕਹਿ ਦਿੱਤੀ ਕਿ ਚੋਣਾਂ ਕਰਾਉਣੀਆਂ ਜ਼ਰੂਰੀ ਸੀ। ਕੀ ਆਕਸੀਜਨ ਦੀ ਪ੍ਰੋਡਕਸ਼ਨ ਕਰਨੀ ਜ਼ਰੂਰੀ ਨਹੀਂ ਸੀ? ਕੀ ਰੈਮਡੇਸਿਵਰ ਵਰਗੀਆਂ ਦਵਾਈਆਂ ਦੀ ਬਣਾਉਣੀ ਜ਼ਰੂਰੀ ਨਹੀਂ ਸੀ? ਕੀ ਹਰ ਹੈੱਡਕੁਆਟਰ ਦੇ ਵਿੱਚ, ਹਰ ਜ਼ਿਲ੍ਹਾ ਹੈੱਡਕੁਆਟਰ ਦੇ ਉੱਤੇ ਐਂਬੂਲੈਂਸ ਹੋਣੀਆਂ ਜ਼ਰੂਰੀ ਨਹੀਂ ਸੀ? ਸਿਰਫ ਵੋਟਾਂ ਹੀ ਜ਼ਰੂਰੀ ਸੀ? ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਕਿ ਵੋਟਾਂ ਬਟੋਰਨ ਲਈ ਇਹਨਾਂ ਨੇ ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਖਤਰੇ 'ਚ ਪਾਤੀਆਂ ਨੇ। ਇਹਦੀ ਮਿਸਾਲ ਪੱਛਮੀ ਬੰਗਾਲ 'ਚ ਵੀ ਦਿਖੀ ਹੈ। 26 ਤਰੀਕ ਨੂੰ ਜਦੋਂ ਇਹਨਾਂ ਨੇ ਇਲੈਕਸ਼ਨਸ ਦਾ ਐਲਾਨ ਕੀਤਾ ਸੀ, ਉਸ ਤੋਂ ਲੈ ਕੇ ਬੀਤੇ ਕੱਲ ਤੱਕ 75% ਕਰੋਨਾ ਮਰੀਜ਼ ਜਿਹੜੇ ਨੇ ਉੱਥੇ ਵਧੇ ਨੇ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਕੁਲ ਸਾਹਿਬ, ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਖਾਸ ਕਰਕੇ ਕਾਂਗਰਸ 'ਚ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਬੜਾ ਦੌਰ ਚੱਲ ਰਿਹਾ, ਕੀ ਕਹਿਣਾ ਚਾਹੋਗੇ? ਸਵਲੀਨ ਜੀ, ਚਾਹੇ ਇਹਨੂੰ ਲੱਤਾਂ ਖਿੱਚਣ ਦੇ ਨਾਲ ਜੋੜ ਲਈਏ ਗੱਲ ਨੂੰ, ਤੇ ਚਾਹੇ ਇਸ ਵੇਲੇ ਦੇਖ ਲਈਏ ਕਿ ਹਰ MLA ਨੂੰ, ਹਰ ਮੰਤਰੀ ਨੂੰ, ਹਰ ਇਨਸਾਨ ਨੂੰ ਇਸ ਵੇਲੇ 2022 ਦੀ ਇਲੈਕਸ਼ਨ ਦਿਸ ਰਹੀ ਆ। ਕਿਉਂਕਿ 4 ਸਾਲ ਦਾ ਜਿਹੜਾ ਸਮਾਂ ਪਿੱਛੇ ਤਕਰੀਬਨ ਲੰਘ ਚੁੱਕਾ ਆ, ਉਹਦੇ ਵਿੱਚ ਜਿਸ ਤਰ੍ਹਾਂ ਕਹਿ ਸਕਦੇ ਕਿ ਕਾਂਗਰਸੀ ਮੰਤਰੀਆਂ ਦੀ, ਕਾਂਗਰਸੀ ਵਿਧਾਇਕਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋਈ, ਮੀਟਿੰਗਾਂ ਨਹੀਂ ਹੋਈਆਂ। ਤੇ ਅੱਜ ਮਤਲਬ ਉਹ ਸ਼ਿਸਵਾ ਫਾਰਮ ਤੇ ਜਿਹੜੇ ਕੈਪਟਨ ਸਾਹਿਬ ਆਪਣੇ ਆ ਵੱਖ-ਵੱਖ ਦੁਆਬੇ, ਮਾਝੇ, ਮਾਲਵੇ ਦੇ MLA ਦੀਆਂ ਉਹ ਮੀਟਿੰਗਾਂ ਲੈ ਰਹੇ ਆ, ਉਹਨਾਂ ਦੀਆਂ ਗੱਲਾਂ ਬਾਤਾਂ ਪੁੱਛ ਰਹੇ ਆ। ਹੁਣ ਇਹ ਪ੍ਰਸ਼ਾਂਤ ਕਿਸ਼ੋਰ ਜਿਹੜੇ ਆ ਰਾਜਨੀਤਿਕਕਾਰ ਜਿਹੜੇ ਆ, ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਆ ਇਹ, ਕਿ ਜਾਂ ਵਾਕਿਆ ਹੀ ਕੋਈ ਲੋਕਾਂ ਦੇ ਨਾਲ ਜਾਂ MLA ਦੇ ਨਾਲ ਇਸ ਵੇਲੇ ਤੇਹ ਪਿਆਰ ਜਿਹੜਾ ਜਾਗਿਆ ਆ, ਉਹ ਤੇਹ ਪਿਆਰ ਜਿਹੜਾ ਆ ਉਹ ਦੇਖਣਾ ਬਣਦਾ ਆ ਵੀ ਹੁਣ ਅੰਦਰ ਜਾ ਕੇ ਉੱਥੇ ਮੀਟਿੰਗਾਂ 'ਚ ਹੁੰਦਾ ਕੀ। ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ, ਉਹਦੇ ਵਿੱਚ ਕੱਲ ਸਭ ਨੂੰ ਵੱਡੀ ਖਬਰ ਇੱਕ ਆਈ ਆ, ਪ੍ਰਗਟ ਸਿੰਘ ਜੀ ਜਿਹੜੇ ਸਾਡੇ ਜਲੰਧਰ ਕੈਂਟ ਤੋਂ ਵਿਧਾਇਕ ਨੇ, ਤੇ ਉਹ ਪਹਿਲਾਂ ਤੋਂ ਹੀ ਆਪਣੇ ਰੈਬਲ ਸੁਭਾਅ ਦੇ ਮੰਨੇ ਜਾਂਦੇ ਆ। ਉਹ ਜਦੋਂ ਅਕਾਲੀ ਦਲ ਵਿੱਚ ਵੀ ਸੀ, ਉਦੋਂ ਵੀ ਉਹ ਜਦੋਂ ਕਿਤੇ ਗੱਲ ਕਹਿਣ ਵਾਲੀ ਬਣਦੀ ਸੀ, ਤੇ ਉਹ ਚਾਹੇ ਸੁਖਬੀਰ ਬਾਦਲ ਸੀ ਤੇ ਚਾਹੇ ਪ੍ਰਕਾਸ਼ ਸਿੰਘ ਬਾਦਲ ਸੀ, ਉਹ ਆਪਣੀ ਗੱਲ ਡਟ ਕੇ ਰੱਖਦੇ ਸੀ, ਡਟ ਕੇ ਕਹਿੰਦੇ ਸੀ। ਔਰ ਚੀਫ ਪਾਰਲੀਮੈਂਟ ਦਾ ਜਿਹੜਾ ਉਹਨਾਂ ਨੂੰ ਉਸ ਵੇਲੇ ਵੀ ਅਹੁਦਾ ਮਿਲਿਆ ਸੀ, ਉਹਨੇ ਐਕਸੈਪਟ ਨਹੀਂ ਸੀ ਕੀਤਾ। ਉਹਨੇ ਇਹ ਕਿਹਾ ਸੀ, ਮੈਨੂੰ ਆਪਣਾ ਇਲਾਕਾ, ਮੈਨੂੰ ਆਪਣੇ ਲੋਕ, ਮੈਨੂੰ ਉਹ ਪਿਆਰੇ ਆ, ਮੈਨੂੰ ਤੁਹਾਡੇ ਦਿੱਤੇ ਹੋਏ ਅਹੁਦਿਆਂ ਦੀ ਕੋਈ ਲੋੜ ਨਹੀਂ ਹੈਗੀ। ਤੇ ਇਸੇ ਤਰ੍ਹਾਂ ਹੁਣ ਕਾਂਗਰਸ ਵਿੱਚ ਵੀ ਉਹਨਾਂ ਨੇ ਜਦੋਂ ਕੈਪਟਨ ਸਾਹਿਬ ਦੇ ਨਾਲ ਮੀਟਿੰਗ ਕੀਤੀ ਤਾਂ ਬਾਹਰ ਆਣ ਕੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ, ਉਹ ਤੋਂ ਲੱਗਦਾ ਵੀ ਕਾਂਗਰਸ ਦੇ ਅੰਦਰ ਜਿਹੜੀ ਖਲਬਲੀ ਮਚੀ ਹੋਈ ਆ, ਇਹ ਸਭ ਕੁਝ ਅੱਛਾ ਨਹੀਂ ਹੈਗਾ। ਤੇ ਜਦੋਂ ਆਣ ਕੇ ਉਹਨਾਂ ਨੇ ਵੱਡੀਆਂ 2-3 ਗੱਲਾਂ ਕੀਤੀਆਂ ਵੀ ਇੱਕ ਤਾਂ ਕੈਪਟਨ ਸਾਹਿਬ ਨੂੰ ਜਿਹੜਾ ਇਹ ਬਰਗਾੜੀ ਕਾਂਡ ਜਾਂ ਬੇਅਦਬੀ ਕਾਂਡ ਵਾਲਾ ਜਿਹੜਾ ਮੈਟਰ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਦੇ ਉੱਤੇ ਹਾਈ ਕੋਰਟ ਨੇ ਰੋਕ ਲਾਈ ਆ ਵੀ ਇਹਦੇ ਜਿਹੜੀ ਜ਼ਿੰਮੇਵਾਰੀ ਸਾਰੀ ਗੱਲ ਦੀ ਆ, ਜੇ ਇਹ ਰਿਪੋਰਟ ਫੇਲ ਹੋਈ ਜਾਂ ਰਿਪੋਰਟ ਤੇ ਹਾਈ ਕੋਰਟ ਨੇ ਰੋਕ ਲਾਈ ਆ, ਤੇ ਇਹਨੂੰ ਕੈਪਟਨ ਸਾਹਿਬ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਆ। ਕਿਉਂਕਿ ਅਸੀਂ ਸੱਤਾ ਵਿੱਚ ਇਹ ਕਹਿ ਕੇ ਆਏ ਸੀ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂਚ ਕਰਕੇ ਜਿਹੜੇ ਇਹਨਾਂ ਸਾਰੇ ਬਰਗਾੜੀ ਦੇ, ਬਹਿਬਲ ਕਲਾਂ ਦੇ, ਕੋਟਕਪੂਰਾ ਦੇ ਜਿਹੜੇ ਵੀ ਦੋਸ਼ੀ ਹੋਣਗੇ, ਅਸੀਂ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਪੂਰੀ ਸਿਰੇ ਤੇ ਗੱਲ ਗਈ ਹੋਈ। ਹੁਣ ਮਹੀਨੇ ਥੋੜ੍ਹੇ ਬਚੇ ਆ, ਤੇ ਹੁਣ ਮੂਹਰੇ ਇਸ ਵੇਲੇ ਲੱਗਦਾ ਨਹੀਂ ਹੈਗਾ ਕਿ ਇਹਦੀ ਜਾਂਚ ਜਿਹੜੀ ਆ ਉਹ ਸਿਰੇ ਲੱਗ ਸਕੂ। ਹੁਣ ਇਸ ਗੱਲ ਦਾ ਦਰਦ ਆ ਵੀ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ, ਕਿ ਜਾਂ ਇਸ ਗੱਲ ਦਾ ਦਰਦ ਆ ਵੀ ਸਾਨੂੰ ਲੋਕਾਂ ਨੇ ਹੁਣ ਪਿੰਡਾਂ 'ਚ ਨਹੀਂ ਵੜਨ ਦੇਣਾ। ਇਹ ਦੋਨੇ ਚੀਜ਼ਾਂ ਸੋਚਣ ਵਾਲੀਆਂ ਬਣਦੀਆਂ। ਨਾਲ ਹੀ ਉਹਨੇ ਇੱਕ ਗੱਲ ਕਹੀ ਆ ਵੀ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਸੀ, ਰੇਤਾ ਬਜਰੀ ਦੀ ਜਿਹੜੀ ਗੱਲ ਸੀ, ਉਸ ਵੇਲੇ ਕੋਈ ਸਖਤੀਆਂ ਵਰਤੀਆਂ ਹੁੰਦੀਆਂ, ਤੇ ਅੱਜ ਸਾਨੂੰ ਸਟੇਟ ਦੇ ਵਿੱਚ ਆਹ ਹਾਲਾਤ ਨਾ ਦੇਖਣੇ ਪੈਂਦੇ। ਇੱਦਾਂ ਦੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਆ, ਤੇ ਕਾਂਗਰਸ ਦੇ ਵਿੱਚ ਇਸ ਵੇਲੇ ਇਹਨਾਂ ਗੱਲਾਂ ਦੇ ਨਾਲ ਲੈ ਕੇ 1 ਨਹੀਂ, 2 ਨਹੀਂ, 3 ਨਹੀਂ, ਬਾਰ-ਬਾਰ ਵੱਖ-ਵੱਖ ਲੀਡਰਾਂ ਵੱਲੋਂ ਪਹਿਲਾਂ ਦਬਵੇਂ ਬਿਆਨ ਆਉਂਦੇ ਸੀ, ਹੁਣ ਖੁੱਲ੍ਹੇ ਆਉਣੇ ਸ਼ੁਰੂ ਹੋ ਗਏ। ਕਿਉਂਕਿ ਹੁਣ MLA ਵੱਲੋਂ ਜਾਂ ਮੰਤਰੀਆਂ ਵੱਲੋਂ ਇੱਕ ਗੱਲ ਕਹੀ ਜਾ ਰਹੀ, ਜਾਂ ਲੋਕਾਂ ਵੱਲੋਂ ਵੀ ਕਹੀ ਜਾ ਰਹੀ ਆ
ਵੀ ਇਸ ਮੁੱਦੇ ਤੇ ਬੇਅਦਬੀ ਕਾਂਡ ਵਾਲੇ ਸਾਰੇ ਐਪੀਸੋਡ ਦੇ ਉੱਤੇ ਨਾ ਪਹਿਲੀ ਸਰਕਾਰ ਗੰਭੀਰ ਸੀ ਤੇ ਨਾ ਹੁਣ ਗੰਭੀਰ ਆ। ਹੁਣ ਤਾਂ ਸਪਸ਼ਟ ਹੋ ਗਈ ਇਹ ਗੱਲ ਵੀ ਦੋਨੇ ਤਰ੍ਹਾਂ, ਇੱਕ ਕਰਨ ਦੀ ਜ਼ਿੰਮੇਵਾਰ ਆ, ਇੱਕ ਦੂਜੀ ਬਚਾਉਣ ਲਈ ਜ਼ਿੰਮੇਵਾਰ ਆ। ਇਸ ਲਈ ਕੱਲ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਨੂੰ ਸੁੱਖੀ ਰੰਧਾਵਾ ਦੇ ਨਾਲ ਜਾਣਿਆ ਜਾਂਦਾ, ਕੈਬਨਿਟ ਮੰਤਰੀ ਨੇ, ਵਿਧਾਨ ਸਭਾ ਦੇ ਵਿੱਚ ਵੀ ਆਪਾਂ ਦੇਖਿਆ ਨਵਜੋਤ ਸਿੰਘ ਸਿੱਧੂ ਤੋਂ ਨੇ ਝੋਲੀਆਂ ਅੱਡ ਅੱਡ ਕੇ ਕੈਪਟਨ ਦੇ ਸਾਹਮਣੇ ਅੱਜ ਤੋਂ 1.5 ਸਾਲ ਪਹਿਲਾਂ ਫਰਿਆਦ ਕੀਤੀ ਸੀ, ਮਿੰਨਤਾਂ ਕੀਤੀਆਂ ਸੀ ਵੀ ਲੋਕਾਂ ਦੇ ਵਿੱਚ ਜਿਹੜੀ ਇੱਕ ਵੱਡੇ ਪੱਧਰ ਤੇ ਨਿਰਾਸ਼ਾ ਵੀ ਸਾਨੂੰ ਇਨਸਾਫ ਨਹੀਂ ਮਿਲਿਆ, ਗੁਰੂ ਦੀ ਬੇਅਦਬੀ ਹੋਈ ਆ ਤੇ ਉਹਨੂੰ ਤੁਸੀਂ ਜਾਂਚ ਕਰਕੇ ਸਜ਼ਾ ਜ਼ਰੂਰ ਦਿਓ। ਪਰ ਉਹਨੂੰ ਜਾਂਚ ਜਿਹੜੀ ਇਸ ਵੇਲੇ ਸਾਰੀ ਆ ਉਹ ਘੱਟੇ 'ਚ ਰਲ ਗਈ ਆ ਤੇ ਚਾਹੁੰਦੀ ਨਹੀਂ ਸਰਕਾਰਾਂ ਵੀ ਇਹ ਚੀਜ਼ ਸਿਰੇ ਲੱਗੇ। ਤੇ ਸੁੱਖੀ ਰੰਧਾਵਾ ਕੈਬਨਿਟ ਮੰਤਰੀ ਹੁਣ ਕੱਲ ਕੈਬਨਿਟ ਦੀ ਮੀਟਿੰਗ ਦੇ ਵਿੱਚ ਚੰਡੀਗੜ੍ਹ ਵਿੱਚ ਮੌਜੂਦ ਹੁੰਦੇ ਹੋਏ ਉਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਉਹ ਤੋਂ ਲੱਗਦਾ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਅੰਦਰ ਜਿਹੜਾ ਆ ਉਹ ਖਲਬਲੀ ਮਚੀ ਆ ਤੇ ਨਾਲ ਹੀ ਇੱਕ ਅਕਾਲੀ ਸਫਾਂ ਦੇ ਵਿੱਚ ਉਹ ਲੋਕ ਕੱਛਾਂ ਵਜਾਉਂਦੇ ਫਿਰਦੇ ਆ ਵੀ ਇੱਕ ਕੋਰਟ ਜਿਹੜਾ ਚੱਲ ਰਿਹਾ ਸੀਗਾ ਸੈਣੀ ਦੇ ਖਿਲਾਫ ਉਹ ਵੀ ਅਦਾਲਤ ਨੇ ਬੰਦ ਕਰ ਦਿੱਤਾ ਆ ਤੇ ਇਹ ਜਿਹੜੀ ਰਿਪੋਰਟ ਦਾ 10ਵੀਂ ਜਿਹੜੀ ਚਲਾਨ ਪੇਸ਼ ਹੋਣਾ ਸੀ ਉੱਤੇ ਵੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਦੇ ਉੱਤੇ ਹਾਈ ਕੋਰਟ ਨੇ ਰੋਕ ਲਾਤੀ ਆ। ਪਰ ਮਤ ਅਕਾਲੀ ਜਾਂ ਮਤ ਕਾਂਗਰਸੀ ਇਹਨਾਂ ਚੀਜ਼ਾਂ ਨੂੰ ਨਾ ਲੈ ਕੇ ਖੁਸ਼ ਹੋਣ ਤੇ ਨਾ ਜਿਹੜੀ ਇਹ ਚਿੰਤਾ ਦਿਖਾ ਰਹੇ ਆ, ਇਹ ਲੋਕ ਸਾਰੇ ਸਮਝ ਰਹੇ ਆ ਵੀ ਇਹ ਚਿੰਤਾ ਜਿਹੜੀ ਆ 2022 ਦੀਆਂ ਇਲੈਕਸ਼ਨਾਂ ਦੀ ਆ ਕਿ ਜਾਂ ਇਹਨਾਂ ਨੂੰ ਉਸ ਮੁੱਦੇ ਨਾਲ ਜਾਂ ਉਸ ਬੇਅਦਬੀ ਦੇ ਨਾਲ ਕੋਈ ਰੋਸ ਆ ਜਾਂ ਇਹਨਾਂ ਦੇ ਮਨ 'ਚ ਦੁੱਖ ਆ। ਕੁਝ ਲੋਕ ਹੈ ਜਿਹੜੇ ਦਿਲੋਂ ਜੁੜੇ ਹੋਏ ਆ, ਉਹਨਾਂ ਨੂੰ ਦੁੱਖ ਦਰਦ ਹੈ, ਪਰ ਜ਼ਿਆਦਾ ਤੌਰ ਤੇ ਲੋਕਾਂ ਨੂੰ ਹੁਣ ਜਾਂ MLA ਨੂੰ, ਮੰਤਰੀਆਂ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਆ ਵੀ 2022 ਦੇ ਵਿੱਚ ਲੋਕਾਂ 'ਚ ਅਸੀਂ ਕਿਹੜਾ ਮੂੰਹ ਲੈ ਕੇ ਜਾਵਾਂਗੇ। ਲੋਕਾਂ ਨੇ ਸਾਨੂੰ ਦਰਵਾਜ਼ਿਆਂ 'ਤੇ ਖੜੇ ਹੋ ਕੇ ਸਵਾਲ ਪੁੱਛਣੇ ਆ ਵੀ ਤੁਸੀਂ ਸਾਨੂੰ ਕੀ ਕਹਿ ਕੇ ਕੀ ਵਾਅਦੇ ਕਰਕੇ ਸਾਡੇ ਨਾਲ ਸੱਤਾ 'ਚ ਆਏ ਸੀ ਤੇ ਹੁਣ ਤੱਕ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਮਿਲ ਸਕਦੀ। ਜੀ ਜੀ ਸ਼ਰਮਾ ਜੀ, ਤੁਸੀਂ ਕਾਂਗਰਸੀਆਂ ਦੇ ਇਹਨਾਂ ਫਸੇ ਹੋਏ ਸਿੰਘਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ ਜਿੱਦਾਂ ਬਿਲਗਾ ਜੀ ਨੇ ਦੱਸਿਆ, ਇਹਦੇ ਵਿੱਚ 2-3 ਗੱਲਾਂ ਬਿਲਕੁਲ ਸਾਹਮਣੇ ਆ ਰਹੀਆਂ। ਮੈਨੂੰ ਤੇ ਇਦਾਂ ਲੱਗਦਾ ਹੋ ਸਕਦਾ ਇੱਕ ਵਜ੍ਹਾ ਇਦਾਂ ਵੀ ਹੋ ਸਕਦੀ ਕਿ ਇਹ ਸਟ੍ਰੈਟਜੀ ਦਾ ਹਿੱਸਾ ਹੋਵੇ। ਸਮਾਂ ਅਸੀਂ ਬਹੁਤ ਵਾਰ ਕਹਿੰਦੇ ਹਾਂ ਕਿ ਸਮਾਂ ਨਹੀਂ ਹੈਗਾ, ਅਪ੍ਰੈਲ ਖਤਮ ਹੋਇਆ ਹਾਲੇ 6 ਮਹੀਨੇ ਤਾਂ ਹੈਗੇ ਆ ਸਰਕਾਰ ਕੋਲ। ਹੋ ਸਕਦਾ ਇਹ ਮਹੀਨਾ ਕਰੌਲਾ ਪਾ ਕੇ ਇਸ ਪ੍ਰਸ਼ਾਂਤ ਕਿਸ਼ੋਰ ਦੀ ਕੋਈ ਸਟ੍ਰੈਟਜੀ ਵੀ ਹੋ ਸਕਦੀ ਹੈ, ਕਿਉਂਕਿ ਵੱਡੇ ਰਣਨੀਤੀਕਾਰ ਨੇ। ਹਾਲਾਂਕਿ ਬਹੁਤ ਚੋਣਾਂ ਉਹਨਾਂ ਨੇ ਜਿੱਤੀਆਂ ਤੇ ਬਹੁਤ ਸਾਰੀਆਂ ਹਾਰੀਆਂ ਵੀ ਨੇ। ਬਹੁਤ ਸਾਰੀਆਂ ਇਲੈਕਸ਼ਨਸ ਜਿਹੜੀਆਂ ਐਸੀਆਂ ਵੀ ਨੇ ਉਹਨਾਂ ਦੇ ਨਾਮ ਤੇ ਲੱਗਦੀਆਂ ਜਿੱਥੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਪਰ ਉਹ ਇਲੈਕਸ਼ਨਸ ਹਾਰੇ ਨੇ। BJP ਨੂੰ ਦਿੱਲੀ ਦੇ ਵਿੱਚ ਇੰਟਰੋਡਿਊਸ ਕੀਤਾ ਸੀ, ਹੋਰ ਵੀ ਕਈ ਜਗ੍ਹਾ ਦੇ ਉੱਤੇ ਉਹਨਾਂ ਦਾ ਜਿਹੜਾ ਦਾਰੋਮਦਾਰ ਆ ਉਹਨਾਂ ਇਲੈਕਸ਼ਨਸ ਦੇ ਵਿੱਚ ਹਰਾਉਣ ਵਾਲਾ ਵੀ ਰਿਹਾ ਹੈ। ਪਰ ਪੰਜਾਬ ਦੇ ਵਿੱਚ ਲੈ ਕੇ ਜਿੱਦਾਂ ਇਹ ਹਾਈ ਕੋਰਟ ਨੇ ਉਸ ਕੇਸ ਨੂੰ ਕੈਂਸਲ ਕੀਤਾ, ਅਸੀਂ ਮਾਨਯੋਗ ਹਾਈ ਕੋਰਟ ਤੇ ਕੋਈ ਟਿੱਪਣੀ ਨਹੀਂ ਕਰਦੇ, ਪਰ ਜੋ ਹਾਈ ਕੋਰਟ ਦੀ ਜਿਹੜੀ ਰਿਪੋਰਟ ਉਹਨਾਂ ਨੇ ਲਿਖੀ ਆ ਉਹ ਸਹੀ ਜਾਪਦੀ ਆ। ਉਹਦੇ ਵਿੱਚ ਇਹ ਲੱਗਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਭਾਵੇਂ ਵਧੀਆ ਅਫਸਰ ਨੇ, ਪਰ ਜਿਹੜੀ ਉਹਨਾਂ ਨੇ ਜਾਂਚ ਕੀਤੀ ਆ ਉਹਦੇ ਵਿੱਚ ਲੱਗਦਾ ਕਿ ਉਹ ਕਿਤੇ ਨਾ ਕਿਤੇ ਉਹ ਸਾਰੀ ਦੀ ਸਾਰੀ ਜਾਂਚ ਆ ਉਹ ਉਹਨਾਂ ਨੇ ਪ੍ਰੀਜੁਡਾਈਸ ਹੋ ਕੇ ਇੱਕ ਪਾਸੜ ਹੀ ਕੀਤੀ ਹੈ। ਨਹੀਂ ਤੇ ਜਿਹੜੇ ਜ਼ਖਮੀ ਮੁਲਾਜ਼ਮ ਸੀ ਜਾਂ ਉਹਨਾਂ ਦੀਆਂ ਬਹੁਤ ਸਾਰਿਆਂ ਦੀਆਂ ਵਿੱਚ ਰਿਪੋਰਟਸ ਨਾ ਲੈਣੀਆਂ ਜਾਂ ਹੋਰ ਬਹੁਤ ਸਾਰੇ ਲੋਕਾਂ ਦੇ ਬਿਆਨ ਨਾ ਲੈਣੇ, ਉਹ ਕਿਤੇ ਨਾ ਇਸ ਗੱਲ ਨੂੰ ਦਰਸਾਉਂਦੇ ਆ ਕਿ ਸਰਕਾਰ ਜਿਹੜੀ ਪੰਜਾਬ ਸਰਕਾਰ ਸੀ ਉਹ ਕਿਸੇ ਹੋਰ ਤਰੀਕੇ ਦੇ ਨਾਲ ਕੰਮ ਕਰਵਾ ਰਹੀ ਸੀ। ਹੁਣ ਜਿਹੜੀ ਤੁਸੀਂ ਕਾਂਗਰਸ ਦੇ ਸਿੰਘਾਂ ਦੀ ਗੱਲ ਕਰਦੇ ਆ, ਇਹ ਮੈਨੂੰ ਇੱਦਾਂ ਜਾਪਦਾ ਆ ਕਿ ਇਹਦੇ ਵਿੱਚ ਕਿਤੇ ਨਾ ਉਹਦੀ ਜਿਹੜੀ ਰਣਨੀਤੀ ਆ ਉਹ ਹੋ ਸਕਦੀ ਆ ਕਿ ਹੁਣ ਇਹਨਾਂ ਨੂੰ ਥੋੜ੍ਹਾ ਜਿਹਾ ਰੌਲਾ ਪਾਇਆ ਜਾਵੇ, ਲੜਾਇਆ ਜਾਵੇ ਤੇ ਮਹੀਨੇ ਕੁ ਬਾਅਦ ਕੋਈ ਹੋਰ ਨਵੀਂ ਕਹਾਣੀ ਬਣਾ ਕੇ ਤੇ ਉਹਦੇ ਲਈ ਭਾਵੇਂ ਇੱਕ ਨਵੀਂ ਸਿੱਟ ਬਣਾਈ ਜਾਵੇ ਜਾਂ ਫਿਰ ਉਹਦੇ ਲਈ ਕੁਝ ਹੋਰ ਸ਼ੋਸ਼ਾ ਛੱਡਿਆ ਜਾਵੇ। ਦੂਸਰੀ ਗੱਲ ਜਿਹੜੀ ਬਿਲਗਾ ਸਾਹਿਬ ਨੇ ਦੱਸੀ, ਮੈਂ ਇਹਦੇ ਨਾਲ ਥੋੜ੍ਹਾ ਜਿਹਾ ਡਿਫਰ ਕਰਦਾ ਕਿ ਅਸੀਂ ਅਕਸਰ ਇਹ ਗੱਲ ਸਮਝਦੇ ਹਾਂ ਬਿਲਗਾ ਸਾਹਿਬ ਕਿ ਲੋਕ ਜਦੋਂ ਅਸੀਂ ਲੋਕਾਂ ਕੋਲ ਜਾਵਾਂਗੇ ਤੇ ਲੋਕ ਸਾਨੂੰ ਸਵਾਲ ਪੁੱਛਣਗੇ, ਪਰ ਸਾਡੇ ਲੋਕ ਹਾਲੇ ਇੰਨੇ ਸਿਆਣੇ ਨਹੀਂ ਹੋਏ, ਇੰਨੇ ਸੂਝਵਾਨ ਨਹੀਂ ਹੋਏ, ਕਿਉਂਕਿ ਉਹਨਾਂ ਲਈ ਅਸੀਂ ਪਿਛਲੇ ਪ੍ਰੋਗਰਾਮ ਦੇ ਹਿੱਸੇ 'ਚ ਗੱਲ ਕੀਤੀ ਆ ਕਿ ਅਸੀਂ ਸਿੰਗਰਾਂ ਨੂੰ ਖਿਲਾੜੀਆਂ ਨੂੰ ਤੇ ਨੇਤਾਵਾਂ ਨੂੰ ਤੇ ਫਿਲਮੀ ਐਕਟਰਾਂ ਨੂੰ ਬਹੁਤ ਵੱਡੇ ਲੋਕ ਮੰਨਦੇ ਆ, ਸੈਲੀਬ੍ਰਿਟੀਜ਼ ਮੰਨਦੇ ਆ। ਜਦੋਂ MLA ਸਾਡੇ ਪਿੰਡ 'ਚ ਆਉਂਦਾ ਅਸੀਂ ਸਵਾਲ ਪੁੱਛਣ ਦੀ ਜ਼ਰੂਰਤ ਕਿੱਥੇ ਕਰਦੇ? ਪਕੌੜੇ ਖਵਾਉਂਦੇ ਅਸੀਂ ਉਹਨਾਂ ਲਈ ਪੱਬਾਂ ਭਾਰ ਹੁੰਦੇ ਆ। ਅੱਧੇ ਕੁ ਲੋਕ ਦੂਜੀ ਪਾਰਟੀ ਦੇ ਹੁੰਦੇ ਆ, ਅੱਧੇ ਕੁ ਲੋਕ ਦੂਜੀ ਪਾਰਟੀ ਦੇ ਹੁੰਦੇ ਆ, ਤੇ ਮੇਰੇ ਵਰਗੇ ਦੇ ਪਿੰਡ MLA ਆਇਆ ਹੋਵੇ ਤੇ ਮੇਰੀ ਇਹੀ ਇੱਛਾ ਹੁੰਦੀ ਹੈ ਕਿ ਮੇਰੇ ਘਰ ਆ ਕੇ ਬੈਠੇ ਤੇ ਅਸੀਂ ਉਹਦੀ ਸੇਵਾ ਭਾਵਨਾ ਕਰੀਏ, ਉਹਨੂੰ ਚੁੱਪ ਚਪੀਤੇ ਪੈਸੇ ਵੀ ਦਿੰਦੇ ਆ, ਉਹਦੀ ਹੋਰ ਮਦਦ ਵੀ ਕਰਦੇ ਆ। ਅਸੀਂ ਦੋਨਾਂ ਹੀ ਪਾਰਟੀਆਂ ਦੇ ਵਿੱਚ ਵੱਜੇ ਹੋਏ ਆ ਆਮ ਤੌਰ ਤੇ, ਚਾਹੇ ਉਹ ਅਕਾਲੀ ਨੇ ਚਾਹੇ ਉਹ ਕਾਂਗਰਸੀ ਨੇ। ਮੈਂ ਆਮ ਛੋਟੇ-ਮੋਟੇ ਪਿੰਡਾਂ ਦੀ ਗੱਲ ਕਰਦਾ, ਚਾਹੇ ਉਹ ਵੱਡੇ ਪਿੰਡ ਵੀ ਹੋਣਗੇ। ਤੀਸਰੀ ਧਿਰ ਪੰਜਾਬ ਦੇ ਵਿੱਚ ਸਾਹਮਣੇ ਆਈ ਸੀ, ਉਹਨਾਂ ਨੇ ਲੋਕਾਂ ਨੂੰ ਦਿਖਾਇਆ ਸੀਗਾ ਕੁਝ ਸੁਪਨੇ, ਕੁਝ ਗੱਲਾਂ ਕੀਤੀਆਂ ਸੀਗੀਆਂ, ਦਿੱਲੀ ਦੇ ਵਿੱਚ ਕੀਤੀ ਹੋਈ ਕਾਰਜਕਾਰੀ ਤੋਂ ਵੀ ਲੋਕ ਉਹਨਾਂ ਦਾ ਮੁਲਾਂਕਣ ਕਰਦੇ ਸੀ। ਪਰ ਉਹ ਪਿਛਲੇ 5 ਸਾਲਾਂ ਦੇ ਵਿੱਚ ਜਿੰਨੇ ਉਹਨਾਂ ਦੇ MLA ਜਿੱਤੇ ਸੀ ਉੱਥੇ ਕੋਈ ਕਰਾਮਾਤੀ ਚੀਜ਼ ਨਹੀਂ ਪੇਸ਼ ਕਰ ਸਕੇ, ਨਾ ਹੀ ਉਹਨਾਂ ਨੇ ਕੋਈ ਬਹੁਤ ਚੰਗੀ ਕੰਮ ਦਿਖਾਇਆ। ਕੁਝ MLA ਉਹਨਾਂ ਨੂੰ ਛੱਡ ਕੇ ਚਲੇ ਗਏ, ਕੁਝ ਉਹਨਾਂ ਦੇ ਬਗਾਵਤੀ ਸੁਰ ਬੋਲਦੇ ਰਹੇ, ਕੋਈ ਆਪਣੇ ਲੀਡਰ ਬਣਨ ਦੀ ਇੱਛਾ 'ਚ ਰਿਹਾ, ਤੇ 5-4 ਜਿਹੜੇ ਮੁੱਖ ਚਿਹਰੇ ਸੀ ਉਹ ਸਾਰੇ ਦੇ ਸਾਰੇ ਇੱਦਾਂ ਲੱਗਦਾ ਸੀਗਾ ਕਿ ਬਸ ਮੁੱਖ ਮੰਤਰੀ ਬਣਨ ਨੂੰ ਹੀ ਇਸ ਪਾਰਟੀ 'ਚ ਆਏ ਸੀ।
ਕਾਂਗਰਸ ਕਿਤੇ ਬਹੁਤੇ ਕਰਕੇ ਇਸ ਗੱਲ ਦੇ ਵਿੱਚ ਵੀ ਸੰਤੁਸ਼ਟ ਨਜ਼ਰ ਆਉਂਦੀ ਆ ਕਿ ਬੀਜੇਪੀ ਤੇ ਅਕਾਲੀ ਦਲ ਆਪਸ 'ਚ ਫਟੇ ਹੋਏ ਨੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਆਧਾਰ ਆ ਉਹ ਗੁਆਚਾ ਹੋਇਆ ਤੇ ਇਸ ਕਰਕੇ ਕਾਂਗਰਸ ਆਪਣੇ ਆਪ ਦੇ ਵਿੱਚ ਸੰਤੁਸ਼ਟ ਨਜ਼ਰ ਆ ਰਹੀ ਸੀ। ਪਰ ਇਸ ਕਾਂਡ ਦੇ ਵਿੱਚ ਜਿਹੜੀ ਹੁਣ ਮਧਾਣੀ ਪਈ ਹੋਈ ਆ ਉਹਨੇ ਜਿਹੜੀ ਆ ਉਹਨੂੰ ਰਿੜਕਿਆ ਜਾ ਰਿਹਾ। ਉਹਦੇ ਵਿੱਚੋਂ ਕੁਝ ਨਿਕਲੇ ਚਾਹੇ ਨਾ ਨਿਕਲੇ, ਹਾਲ ਦੀ ਘੜੀ ਭਾਵੇਂ ਇਹ ਨਜ਼ਰ ਆਉਂਦਾ ਕਿ ਕਾਂਗਰਸ ਜਿਹੜੀ ਆ ਕਮਜ਼ੋਰ ਹੋ ਰਹੀ ਆ ਤੇ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਝਗੜਾ ਵਧਿਆ ਹੋਇਆ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਕੱਢੀ ਜਾਵੇ ਜਿਹਦੇ ਚੋਂ ਕੁਝ ਇਹੋ ਜਿਹਾ ਸਾਹਮਣੇ ਲੈ ਕੇ ਆਉਣ, ਚਾਹੇ ਉਹ ਨਵੀਂ ਜਾਂਚ ਕਮੇਟੀ ਬਣਾ ਲੈਣ, ਕਿਉਂਕਿ ਬਹੁਤੇ ਲੋਕ ਉਸ ਜਾਂਚ ਕਮੇਟੀ ਦੇ ਉੱਤੇ ਸਹਿਮਤ ਹੁੰਦੇ ਜਾਪਦੇ ਨੇ। ਤੇ ਇੱਕ ਸਮਾਂ ਸੀਗਾ ਸਵਲੀਨ ਜੀ, ਜੇ ਅਸੀਂ ਥੋੜ੍ਹਾ ਜਿਹਾ ਪਿੱਛੇ ਜਾਈਏ ਤੇ ਭਾਰਤ ਦੇ ਵਿੱਚ ਕਾਂਗਰਸ ਇੰਦਰਾ ਲੱਗਦੀ ਸੀ ਜੀ ਕਿ ਜੋ ਇੰਦਰਾ ਗਾਂਧੀ ਕਹਿੰਦੀ ਸੀ ਉਹੀ ਕਾਂਗਰਸ ਹੁੰਦੀ ਸੀ। ਤੇ ਪੰਜਾਬ ਦੇ ਵਿੱਚ ਅੱਜ ਵੀ ਇਹੀ ਗੱਲ ਆ ਕਿ ਜੋ ਕੈਪਟਨ ਨੇ ਕਹਿਣਾ ਹੈ ਉਹੀ ਕਾਂਗਰਸ ਹੈ। ਚਾਹੇ ਸਿੱਧੂ ਸਾਹਿਬ ਕੁਝ ਕਹੀ ਜਾਣ, ਚਾਹੇ ਉਹਨਾਂ ਦਾ ਵਜੂਦ ਛੋਟਾ ਆ ਵੱਡਾ ਆ, ਸੈਲੀਬ੍ਰਿਟੀ ਨੇ, ਚੰਗੇ ਨੇ, ਸੱਚ ਬੋਲਣ ਵਾਲੇ ਨੇ, ਇਮਾਨਦਾਰ ਨੇ, ਪਰ ਉਹ ਕੈਪਟਨ ਦੇ ਸਾਹਮਣੇ ਕਿਤੇ ਵੀ ਰਾਜਨੀਤਿਕ ਤੌਰ ਤੇ ਟਿਕਣਗੇ ਨਹੀਂ। ਕੱਲ ਜਿਹੜੀ ਉਹਨਾਂ ਦੀ ਗੱਲਬਾਤ ਪਿਛਲੇ 2-3 ਦਿਨਾਂ ਤੋਂ ਟਵੀਟ ਕਰ ਰਹੇ ਸੀ ਜਾਂ ਫਿਰ 1-2 ਵਾਰੀ ਉਹਨਾਂ ਨੇ ਪਟਿਆਲੇ ਪ੍ਰੈਸ ਕਾਨਫਰੰਸ ਵੀ ਕੀਤੀਆਂ ਤੇ ਕੈਪਟਨ ਸਾਹਿਬ ਨੇ ਜਦੋਂ ਕੱਲ ਉਹਨਾਂ ਦੇ ਖਿਲਾਫ ਸਾਰੀਆਂ ਗੱਲਾਂ ਸਾਫ਼ ਠੋਕ ਕੇ ਕੀਤੀਆਂ ਤੇ ਉਹਨਾਂ ਦੀ ਤੁਲਨਾ ਉਹਨਾਂ ਨੇ ਜੇ ਸਿੰਘ ਨਾਲ ਕੀਤੀ ਕਿ ਜੇ ਤੂੰ ਪਟਿਆਲੇ ਤੋਂ ਇਲੈਕਸ਼ਨ ਲੜੇਗਾ ਤਾਂ ਤੇਰੀ ਜ਼ਮਾਨਤ ਜ਼ਬਤ ਹੋਊਗੀ। ਫਿਰ ਜੇ ਸਿੰਘ ਨੇ ਵੀ ਉਹਨੂੰ ਦੱਸਿਆ ਕਿ ਮੈਂ ਤੇ ਇਲੈਕਸ਼ਨ ਹਾਰੀ ਸੀ ਤੇ ਤੁਸੀਂ ਜ਼ਮੀਰ ਹਾਰੇ ਹੋ। ਇਹ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਦੋਂ ਇਲੈਕਸ਼ਨ ਲੜਦੇ ਨੇ ਉਦੋਂ ਤੇ ਨਹੀਂ ਦੱਸਦੇ ਕਿ ਕਿਹਦੀ ਜ਼ਮੀਰ ਚੰਗੀ ਹੈ ਤੇ ਕਿਹਦੀ ਜ਼ਮੀਰ ਖਰਾਬ ਹੈ। ਇਸੇ ਜਰਨੈਲ ਨੇ ਅਕਾਲੀ ਪਾਰਟੀ ਦੇ ਵਿੱਚ ਇਲੈਕਸ਼ਨ ਲੜੀ ਤੇ ਉਦੋਂ ਨਹੀਂ ਇਹਨਾਂ ਨੂੰ ਪਤਾ ਸੀਗਾ ਕਿ ਅਕਾਲੀ ਦੇ ਕੈਪਟਨ ਸਾਂਝੇ ਨੇ। ਭਾਰਤੀ ਫੌਜ ਦੇ ਸਭ ਤੋਂ ਵੱਡੇ ਅਹੁਦੇ ਤੋਂ ਰਿਟਾਇਰ ਹੋ ਕੇ, ਠੀਕ ਆ, ਹਰ ਬੰਦੇ ਦੀ ਆਪਣੀ ਚੋਇਸ ਆ, ਹਰ ਬੰਦੇ ਦੀ ਆਪਣੀ ਇੱਛਾ ਆ ਕਿ ਉਹਨੇ ਕੀ ਕਰਨਾ ਹੈ ਕੀ ਨਹੀਂ ਕਰਨਾ, ਪਰ ਪੂਰੇ ਭਾਰਤ ਦੇ ਫੌਜ ਦੇ ਜਰਨੈਲ ਦੀ ਰਿਟਾਇਰਮੈਂਟ ਤੋਂ ਬਾਅਦ ਜੇ ਉਹ ਇੱਕ MLA ਦੀ ਇਲੈਕਸ਼ਨ ਲੜਦੇ ਆ ਤੇ ਉਦੋਂ ਉਹਨਾਂ ਦੀ ਵਿਜ਼ਡਮ ਨਹੀਂ ਸੀਗੀ ਕਿ ਇਹ ਰਾਜਨੀਤੀਆਂ ਜਿਹੜੀਆਂ ਕੀ ਕਰਦੀਆਂ ਨੇ ਤੇ ਕੀ ਨਹੀਂ ਕਰਦੀਆਂ। ਕਾਂਗਰਸ ਦੇ ਸਿੰਘ ਜ਼ਰੂਰ ਫਸੇ ਹੋਏ ਨੇ, ਪਰ ਕਾਂਗਰਸ ਹਾਲੇ ਵੀ ਇਸ ਮੁਗਾਲਤੇ 'ਚ ਆ ਕਿ ਲੋਕ ਜਿਹੜੇ ਆ ਉਹਨਾਂ ਦੇ ਕੋਲ ਹੋਰ ਕੋਈ ਬਦਲ ਨਹੀਂ ਹੈਗਾ ਤੇ ਜਿੰਨੀਆਂ ਕੁ ਵੋਟਾਂ ਉਹਨਾਂ ਨੂੰ ਨਜ਼ਰ ਆਉਂਦਾ ਕਿ ਜਿੰਨਾ ਕੁ ਉਹਨਾਂ ਦਾ ਕੇਡਰ ਉਹਨਾਂ ਨਾਲ ਜੁੜਿਆ ਹੋਇਆ, ਜੇ ਉਨੀਆਂ ਕੁ ਵੀ ਵੋਟਾਂ ਪੈ ਜਾਣ ਤੇ ਉਹਨਾਂ ਦਾ ਜਿਹੜਾ ਬੇੜਾ ਆ ਉਹ ਪਾਰ ਲੱਗ ਜਾਵੇਗਾ। ਇੱਕ ਗੱਲ ਹੋਰ ਜਿਹੜੀ ਕੈਪਟਨ ਸਾਹਿਬ ਨੇ ਕੱਲ੍ਹ ਦੀ ਮੀਟਿੰਗ 'ਚ ਕੀਤੀ ਆ, ਉਹ ਆਪਣੇ ਵਾਅਦੇ ਪਗਾਉਣ ਦੀ ਗੱਲ ਫੇਰ ਕਰਦੇ ਨਜ਼ਰ ਆਏ ਆ। ਉਹਨਾਂ ਨੇ ਸ਼ਗਨ ਸਕੀਮ ਜਿਹੜੀ ਸੀ ਉਹਦਾ ਰੇਟ, ਉਹਦਾ ਜਿਹੜਾ ਭਾਅ ਆ ਉਹ ਵਧਾ ਦਿੱਤਾ ਆ ਉਹਦਾ, ਕਿ 21,000 ਦਿੰਦੇ ਸੀ ਪਹਿਲਾਂ ਕਿ 15,000 ਦਿੰਦੇ ਸੀ, ਮੈਨੂੰ ਤੇ ਬਹੁਤਾ ਹੀ ਆ, ਤੇ ਹੁਣ ਉਹ 51,000 ਕਰ ਦਿੱਤਾ। ਕੋਈ ਕਹਿੰਦੇ ਆ ਕਿ 100-200 ਕਰੋੜ ਦਾ ਖਿਆਨੇ ਦੇ ਬੋਝ ਪੈਣਾ ਆ। ਤੇ ਜਿਹੜੀਆਂ ਬੀਬੀਆਂ ਜਿਨ੍ਹਾਂ ਦੇ ਵਿਆਹ ਹੋਣੇ ਆ ਉਹਨਾਂ ਦੀਆਂ ਕੁਝ ਲਿਸਟ ਆ ਅਨੁਸੂਚਿਤ ਜਾਤੀਆਂ ਦੀਆਂ, ਜਨਜਾਤੀਆਂ ਦੀਆਂ, ਜਾਂ ਦਲਿਤ ਦੇ ਨੇ, ਜਾਂ ਮੁਸਲਿਮਸ ਨੇ, ਜਾਂ ਵਿਧਵਾ ਦੀਆਂ ਨੇ, ਜੋ ਉਹਦੇ 'ਚ ਪਹਿਲਾਂ ਵੀ ਉਹਦੇ 'ਚ ਚੱਲਦਾ ਸੀ, ਜਿਹੜੀ ਇੱਕ ਸ਼ਗਨ ਸਕੀਮ ਬਾਦਲ ਸਾਹਿਬ ਨੇ ਚਲਾਈ ਸੀ ਤੇ ਉਹਦੇ 'ਚ ਉਹਨਾਂ ਨੇ 51,000 ਦਾ ਵਾਅਦਾ ਕੀਤਾ ਹੈ। ਪੰਜਾਬ ਭਾਸ਼ਾ ਵਿਭਾਗ ਦਾ ਪੁਨਰਗਠਨ ਕਰਨ ਦਾ ਉਹਨਾਂ ਨੇ ਇੱਕ ਕੀਤਾ ਆ, ਜਿਹਦੇ 'ਚ ਉਹਨਾਂ ਨੇ ਆਪਣੀ ਪਿੱਠ ਵੀ ਥਾਪੜੀ ਕਿ ਅਸੀਂ ਭਾਸ਼ਾ ਵਿਭਾਗ ਨੂੰ ਨਵਾਂ ਰੂਪ ਦੇਵਾਂਗੇ। ਸਮਾਰਟਫੋਨ ਵੀ ਵੰਡਣੇ, ਸਮਾਰਟਫੋਨ ਤੇ ਚਲੋ ਪਹਿਲਾਂ ਵੀ ਵੰਡੇ ਨੇ, ਥੋੜੇ ਬਹੁਤ ਰਹਿੰਦੇ ਨੇ, ਉਹ ਵੀ ਵੰਡ ਦੇਣਗੇ। ਭਾਸ਼ਾ ਵਿਭਾਗ ਦੀ ਜਦੋਂ ਅਸੀਂ ਭਾਸ਼ਾ ਦੀ ਗੱਲ ਕਰੀਏ ਤਾਂ ਉਹਦੇ 'ਚ 60 ਤੋਂ ਜ਼ਿਆਦਾ ਅਸਾਮੀਆਂ ਖਤਮ ਕਰ ਦਿੱਤੀਆਂ ਗੈਰ ਜ਼ਰੂਰੀ ਕਹਿ ਕੇ ਤੇ 13 ਨਵੀਆਂ ਕ੍ਰੀਏਟ ਕਰ ਦਿੱਤੀਆਂ। ਕੁਛ ਵੀ ਇਹਨਾਂ ਨੇ ਉਹਦਾ ਪੁਨਰਗਠਨ ਕੀਤਾ ਹੋਵੇ, ਜਿਹੜਾ ਕੰਮ 60 ਬੰਦੇ ਕਰ ਰਹੇ ਸੀ ਹੁਣ ਉਹ ਬੰਦੇ 13 ਕਰਨਗੇ ਤੇ ਭਾਸ਼ਾ ਵਿਭਾਗ ਦਾ ਕਿੰਨਾ ਕੁ ਭਲਾ ਹੋਵੇਗਾ ਇਹ ਲੋਕ ਹੀ ਜਾਣਨ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਹਾਈ ਕੋਰਟ ਨੇ ਜਿਹੜੀ ਕਰੋਨਾ ਨੂੰ ਲੈ ਕੇ ਹੁਣ ਟਿੱਪਣੀ ਕੀਤੀ ਆ, ਛੋਟੇ-ਮੋਟੇ ਅਪਰਾਧਾਂ ਨੂੰ ਲੈ ਕੇ ਜਿਹੜੀ ਟਿੱਪਣੀ ਕੀਤੀ ਹੈ ਉਹ ਕੀ ਹੈ? ਦੇਖੋ, ਕਿਉਂਕਿ ਮਹਾਮਾਰੀ ਦਾ ਦੌਰ ਚੱਲਿਆ ਹੋਇਆ ਤੇ ਬਹੁਤ ਬਚਾਅ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਨੇ ਸਾਡੀਆਂ ਹਾਈ ਕੋਰਟਸ। ਜਿਹੜੀ ਕਾਨੂੰਨੀ ਪ੍ਰਕਿਰਿਆ, ਜਿਹੜੀ ਕਾਨੂੰਨੀ ਪ੍ਰਣਾਲੀ ਆ, ਹਾਈ ਕੋਰਟ ਆ, ਸੁਪਰੀਮ ਕੋਰਟ ਆ ਜਾਂ ਮਾਣਯੋਗ ਜੱਜ ਸਾਹਿਬ ਇਹ ਚਾਹੁੰਦੇ ਨੇ ਕਿ ਮੁਲਕ ਦਾ ਕੁਝ ਭਲਾ ਹੋ ਜਾਏ। ਸਰਕਾਰਾਂ ਭਾਵੇਂ ਇਸ ਦਿਸ਼ਾ 'ਚ ਘੱਟ ਸੋਚ ਰਹੀਆਂ ਨੇ। ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਹੜੀ ਟਿੱਪਣੀ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ 30 ਜੂਨ ਤੱਕ ਅਸੀਂ ਕੋਈ ਜਿਹੜੇ ਛੋਟੇ ਕੇਸ ਆ ਉਹ ਨਾ ਲਈਏ ਤੇ ਚੰਗਾ ਰਹੇਗਾ। ਇਹਨੂੰ ਅਸੀਂ ਪਿਛਲੇ ਸਾਲ ਦੇ ਸਮੇਂ 'ਚ ਦੇਖੀਏ ਸਵਲੀਨ ਜੀ, ਤੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਕੈਦੀ ਜਿਹੜੇ ਆ ਪੇਰੋਲ ਤੇ ਛੱਡੇ ਗਏ ਸੀ, ਕਿਉਂਕਿ ਅਸੀਂ ਗੱਲ ਕਰਦੇ ਹਾਂ ਕਿ ਜਿੰਨੀ ਸਾਡੀ ਆਬਾਦੀ ਵਧੀ ਆ ਤੇ ਉਸ ਅਨੁਪਾਤ ਦੇ ਵਿੱਚ ਨਾ ਤੇ ਅਸੀਂ ਆਪਣੀਆਂ ਸਿਹਤ ਸਹੂਲਤਾਂ ਵਧਾਈਆਂ, ਨਾ ਐਜੂਕੇਸ਼ਨ ਸਹੂਲਤਾਂ ਵਧਾਈਆਂ, ਤੇ ਨਾ ਹੀ ਅਸੀਂ ਜੇਲ੍ਹਾਂ ਵਧਾਈਆਂ, ਨਾ ਹੀ ਸਾਡੇ ਕੋਲ ਪੁਲਿਸ ਕਰਮਚਾਰੀਆਂ ਦੀ ਗਿਣਤੀ ਉਨੀ ਜ਼ਿਆਦਾ ਹੈ। ਜਿੱਥੇ ਵੀ ਅਸੀਂ ਦੇਖਦੇ ਹਾਂ ਭੀੜ ਹੀ ਦੇਖਦੇ ਹਾਂ, ਚਾਹੇ ਉਹ ਹਸਪੀਟਲ ਹੋਵੇ, ਚਾਹੇ ਉਹ ਸਰਕਾਰੀ ਸਕੂਲ ਹੋਵੇ, ਚਾਹੇ ਉਹ ਪ੍ਰਾਈਵੇਟ ਸੰਸਥਾਵਾਂ ਹੋਣ ਤੇ ਚਾਹੇ ਉਹ ਜੇਲ੍ਹ ਹੋਵੇ। ਤੇ ਇਸ ਗੱਲ ਨੂੰ ਲੈ ਕੇ, ਕਿਉਂਕਿ ਅਸੀਂ ਪਿਛਲੇ ਸਾਲ ਦੇਖਿਆ ਸੀ ਕਿ 10,000 ਤੋਂ ਵੀ ਜ਼ਿਆਦਾ ਜਿਹੜੇ ਕੈਦੀ ਸੀ ਉਹਨਾਂ ਨੂੰ ਅਣਮਿੱਥੇ ਸਮੇਂ ਲਈ ਰਿਹਾ ਕੀਤਾ ਗਿਆ ਸੀ ਤਾਂ ਜੋ ਜੇਲ੍ਹਾਂ ਦੇ ਵਿੱਚ ਜਿਹੜੀ ਗਿਣਤੀ ਆ ਉਹ ਘਟੇ ਤੇ ਜੇ ਕੋਈ ਜਿਹੜੀ ਬਿਮਾਰੀ ਆ ਉਹ ਨਾ ਫੈਲੇ। ਇਸੇ ਹੀ ਗੱਲ ਨੂੰ ਰੱਖ ਕੇ ਉਹਨਾਂ ਨੇ ਕੋਰਟ ਨੇ ਕਿਹਾ ਹੈ ਕਿ ਅਦਾਲਤਾਂ ਦੇ ਵਿੱਚ ਵੀ ਰਸ਼ ਬਹੁਤ ਹੁੰਦਾ ਹੈ ਜਦੋਂ ਛੋਟੇ ਅਪਰਾਧ ਲਈ ਬੰਦੇ ਨੂੰ ਫੜਿਆ ਜਾਂਦਾ ਹੈ ਤੇ ਉਹਨੂੰ ਫਿਰ ਕਸਟਡੀ ਦੇ ਵਿੱਚ ਰੱਖਣਾ ਪੈਂਦਾ ਹੈ। ਹਵਾਲਾਤ ਤੋਂ ਬਾਅਦ ਵਿੱਚ ਉਹਦੀ ਜੇਲ੍ਹ 'ਚ ਸ਼ਿਫਟਿੰਗ ਹੁੰਦੀ ਹੈ ਤੇ ਮੁੜ ਕੇ ਉਹਨੂੰ ਲਿਆਉਣਾ ਪੈਂਦਾ ਹੈ ਕੋਰਟ ਦੇ ਵਿੱਚ। ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਲਈ
ਅਦਾਲਤ ਨੇ ਇਹ ਗੱਲ ਕੀਤੀ ਆ, ਪ੍ਰਸ਼ਾਸਨ ਨੂੰ ਕਿਹਾ ਹੈ ਕਿ ਜਿਹੜੇ ਛੋਟੇ-ਮੋਟੇ ਅਪਰਾਧ ਨੇ ਉਹਨਾਂ ਨੂੰ ਥੋੜ੍ਹੇ ਦਿਨ ਤੱਕ ਟਾਲ ਲਿਆ ਜਾਵੇ। ਪਰ ਦੇਖੋ ਮਹਾਮਾਰੀ ਦੀ ਸਥਿਤੀ ਹੈ, ਇਸ ਕਰਕੇ ਅਸੀਂ ਇਸ ਗੱਲ ਨੂੰ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਹਾਜ਼ਮ ਕਰ ਲੈਂਦੇ ਹਾਂ। ਪਰ ਕੀ ਇਹਦੇ ਨਾਲ ਫਿਰ ਸਾਡੇ ਸਮਾਜ ਦਾ ਜਿਹੜਾ ਤਾਣਾ ਬਾਣਾ ਹੈ ਹੋਰ ਨਹੀਂ ਉਲਝੇਗਾ? ਇਹੋ ਜਿਹੇ ਅਪਰਾਧੀ ਤੇ ਪਹਿਲਾਂ ਹੀ ਡਰਦੇ ਨਹੀਂ ਕਾਨੂੰਨ ਤੋਂ, ਚਾਹੇ ਉਹ ਕੋਈ ਸਨੈਚਰ ਆ, ਪਾਕਟ ਮਾਰਿਆ, ਛੋਟੀਆਂ-ਮੋਟੀਆਂ ਲੜਾਈਆਂ ਕਰਨ ਵਾਲੇ ਲੋਕ ਨੇ, ਮਾਰ ਕੁਟਾਈ ਵਾਲੇ ਨੇ, ਜਾਂ ਐਕਸੀਡੈਂਟ ਕੇਸ ਆ, ਜਾਂ ਕੋਈ ਕਿ ਸਕੂਲ 'ਚੋਂ ਅਸੀਂ ਅਕਸਰ ਪੰਜਾਬ ਦੇ ਸਕੂਲਾਂ ਦੀਆਂ ਖਬਰਾਂ ਪੜ੍ਹਦੇ ਹਾਂ ਕਿ ਮਿਡ ਡੇ ਮੀਲ ਦਾ ਸਮਾਨ ਚੋਰੀ ਹੋ ਗਿਆ, ਕੋਈ ਟੈਲੀਵਿਜ਼ਨ ਸਮਾਰਟ ਸੀਗਾ ਉਹ ਲੈ ਗਏ, ਕੋਈ ਸਿਲੰਡਰ ਸੀ ਉਹ ਚੱਕ ਲਿਆ ਗਿਆ। ਤੇ ਉਹ ਜਿਹੜਾ ਬੋਝ ਆ ਉਹ ਫਿਰ ਸਮਾਜ ਦੇ ਉੱਤੇ ਉਹ ਵੱਧਦਾ ਆ। ਪ੍ਰਸ਼ਾਸਨ ਆਪਣਾ ਕੰਮ ਤੇ ਪਹਿਲਾਂ ਠੀਕ ਤਰੀਕੇ ਨਾਲ ਨਹੀਂ ਨਿਭਾ ਰਿਹਾ, ਸਮਾਜ ਦੇ ਵਿੱਚ ਕੁਰੀਤੀਆਂ ਦੀ ਪਹਿਲਾਂ ਹੀ ਭਰਮਾ ਰਿਹਾ, ਤੇ ਜੇ ਇਹਨਾਂ ਚੀਜ਼ਾਂ ਨੂੰ ਫਿਰ ਅਸੀਂ ਛੱਡ ਦਿਆਂਗੇ ਤੇ ਫਿਰ ਸਮੱਸਿਆਵਾਂ ਜਿਹੜੀਆਂ ਉਹ ਵਧਣਗੀਆਂ। ਇਹਦੇ ਨਾਲ ਜੇ ਅਸੀਂ ਇੱਕ ਗੱਲ ਕਰਾਂ, ਮੈਂ ਅੱਜ ਦੀ ਇੱਕ ਅਖਬਾਰ ਦੇ ਵਿੱਚ ਦੇਖਦਾ ਸੀ ਕਿ ਚੀਨ ਦੇ ਵਿੱਚ ਪਿਛਲੇ 50 ਸਾਲ ਤੋਂ ਕੁਝ ਸਟੇਟਾਂ ਦੇ ਵਿੱਚ ਉਹਨਾਂ ਦੀ ਜਿਹੜੀ ਆਬਾਦੀ ਆ ਉਹ ਘਟਣੀ ਸ਼ੁਰੂ ਹੋ ਗਈ। ਬਹੁਤ ਜ਼ਰੂਰੀ ਤੇ ਬਹੁਤ ਚੰਗੀ ਖਬਰ ਆ ਚੀਨ ਲਈ। ਧਰਤੀ ਤੋਂ ਜਿੰਨਾ ਉਹਨਾਂ ਦਾ ਜਿੰਨੇ ਰਿਸੋਰਸਸ ਨੇ, ਜਿੰਨੀਆਂ ਚੀਜ਼ਾਂ ਉਹ ਬਣਾ ਸਕਦੇ ਨੇ, ਜਿੰਨੇ ਲੋਕਾਂ ਨੂੰ ਸ਼ੈਲਟਰ ਦੇ ਸਕਦੇ ਨੇ, ਜਿੰਨੇ ਲੋਕਾਂ ਲਈ ਐਜੂਕੇਸ਼ਨ ਤੇ ਹੋਰ ਸਾਰੇ ਪ੍ਰਬੰਧ ਕਰ ਸਕਦੇ ਨੇ, ਤੇ ਉਹਨਾਂ ਦੇ ਅਨੁਪਾਤ ਦੇ ਵਿੱਚ ਜਦੋਂ ਆਬਾਦੀ ਵੱਧ ਹੋਵੇਗੀ ਤੇ ਫਿਰ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਵੱਧਦੀਆਂ ਨੇ। ਤੇ ਜੇ ਉੱਥੇ ਇਹ ਸਾਰਾ ਕੁਝ ਹੋ ਰਿਹਾ ਹੈ ਪਿਛਲੇ ਲੰਬੇ ਸਮੇਂ ਤੋਂ, ਉਹਨਾਂ ਨੇ ਇਹਦੇ ਲਈ ਬਹੁਤ ਸਖਤ ਕਾਨੂੰਨ ਬਣਾਏ, ਲੋਕਾਂ ਨੂੰ ਲਿਕੁਇਡੇਟਿਵ ਆਫਰਸ ਦਿੱਤੀਆਂ, ਚੰਗੀਆਂ ਤਨਖਾਹਾਂ, ਚੰਗੀਆਂ ਨੌਕਰੀਆਂ ਦਿੱਤੀਆਂ ਜਿਨ੍ਹਾਂ ਦੇ ਕੋਲ ਆਬਾਦੀ ਘੱਟ ਸੀ, ਜਿਨ੍ਹਾਂ ਦੇ ਬੱਚੇ ਘੱਟ ਸੀ, ਤੇ ਇਸ ਚੀਜ਼ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਤੇ 5 ਦਹਾਕੇ ਬਾਅਦ ਉਹਨਾਂ ਦੇ ਵੱਡੇ ਸ਼ਹਿਰ ਬੀਜਿੰਗ ਦੀ ਗੱਲ ਆ, ਤੇ ਉਹਦੇ ਨਾਲ ਦੇ ਨਾਲ ਜੁੜੇ ਹੋਏ ਛੋਟੇ ਸ਼ਹਿਰਾਂ ਦੀ ਵੀ ਗੱਲ ਉਹਨਾਂ ਨੇ ਕੀਤੀ ਆ ਕਿ ਆਉਣ ਵਾਲੇ 1-2 ਸਾਲਾਂ ਦੇ ਵਿੱਚ ਉਹਨਾਂ ਦੀ ਜਿਹੜੀ ਆਬਾਦੀ ਆ ਉਹ ਘਟਣੀ ਸ਼ੁਰੂ ਹੋ ਜਾਏਗੀ, ਡਿਕਰੀਜ਼ਿੰਗ ਹੋ ਜਾਏਗੀ। ਬੀਜਿੰਗ ਦੀ ਹੀ ਗੱਲ ਕਰੀਏ ਤੇ ਪਿਛਲੇ ਸਾਲ ਉੱਥੇ 1 ਲੱਖ ਤੋਂ ਵੱਧ ਬੱਚੇ ਨੇ ਜਨਮ ਲਿਆ ਸੀ 1 ਸਾਲ ਦੇ ਵਿੱਚ, ਤੇ ਇਸ ਵਾਰ ਜਿਹੜੀ ਉਹ ਗਿਣਤੀ ਆ ਉਹ 32,000 ਤੱਕ ਆ ਗਈ ਹੈ। ਤੇ ਭਾਰਤ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈ ਕਿ ਅਗਲੇ ਸਾਲ ਅਸੀਂ ਦੁਨੀਆ ਦੇ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਬਣਨ ਜਾ ਰਹੇ ਹਾਂ। ਸੋ ਮਾਣਯੋਗ ਅਦਾਲਤ ਨੇ ਜੇ ਉਹਨਾਂ ਅਪਰਾਧਾਂ ਲਈ ਅਪਰਾਧੀਆਂ ਨੂੰ ਨਾ ਫੜਨ ਦੀ ਗੱਲ ਕੀਤੀ ਤਾਂ ਠੀਕ ਆ, ਉਹ ਮਨੁੱਖੀ ਨਜ਼ਰੀਏ ਤੋਂ ਜੇ ਦੇਖਿਆ ਜਾਵੇ ਬਿਮਾਰੀ ਦੇ ਸੰਦਰਭ ਦੇ ਵਿੱਚ ਉਹ ਗੱਲ ਠੀਕ ਆ, ਪਰ ਪ੍ਰਸ਼ਾਸਨ ਲਈ ਇਹ ਗੱਲ ਜਿਹੜੀ ਆ ਉਹ ਨਾਕਾਮਯਾਬੀ ਵਾਲੀ ਆ ਕਿ ਮੁਲਕ ਨੂੰ ਅਸੀਂ ਇੱਕ ਚੰਗਾ ਮੁਲਕ ਬਣਾਉਣ ਦੇ ਵਿੱਚ ਸਰਕਾਰਾਂ ਜਿਹੜੀਆਂ ਉਹ ਨਾਕਾਮਯਾਬ ਰਹੀਆਂ। ਸ਼ਰਮਾ ਜੀ, ਦਿੱਲੀ ਦੇ ਵਿੱਚ ਮੁੱਖ ਮੰਤਰੀ ਦੀ ਥਾਂ ਤੇ ਉਪ ਰਾਜਪਾਲ ਨੂੰ ਕਮਾਨ ਦੇ ਦਿੱਤੀ ਹੈ, ਕੀ ਕਹਿਣਾ ਚਾਹੋਗੇ? ਹਮੇਸ਼ਾ ਤੋਂ ਦਿੱਲੀ ਦੀ ਜਿਹੜੀ ਸਰਕਾਰ ਆ ਉਹ ਇਸ ਗੱਲ ਲਈ ਕੇਂਦਰ ਸਰਕਾਰ ਨਾਲ ਉਹਨਾਂ ਦੇ ਜਿਹੜੇ ਤੁਸੀਂ ਹੁਣੇ ਗੱਲ ਕੀਤੀ ਸਿੰਘ ਫਸੇ ਰਿਹਾ ਜਾਂ ਉਹਨਾਂ ਦੀ ਕੁੰਡੀ ਫਸੀ ਰਹਿੰਦੀ ਆ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ। ਦਿੱਲੀ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਆਪਣੇ ਆਪ ਨੂੰ ਉਸ ਸਟੇਟ ਦਾ ਮੁੱਖ ਮੰਤਰੀ ਸਮਝਦਾ ਹੈ, ਪਰ ਦਿੱਲੀ ਦੀ ਜਦੋਂ ਅਸੀਂ ਅਸਲ ਦੇ ਵਿੱਚ ਉਸ ਵਿਵਸਥਾ ਨੂੰ ਸਮਝਦੇ ਹਾਂ ਤੇ ਦਿੱਲੀ ਕਿਉਂਕਿ NCR ਹੈ, ਨੈਸ਼ਨਲ ਕੈਪੀਟਲ ਰੀਜਨ ਆ, ਉੱਥੇ ਹੋਮ ਮਿਨਿਸਟਰੀ ਦੀ ਜਿਹੜੀ ਪਾਵਰਸ ਆ ਉਹ ਜ਼ਿਆਦਾ ਨੇ। ਉਸ ਦੇ ਨਾਲ ਨਾਲ ਜਿਹੜੀ ਦਿੱਲੀ ਦੀ ਹੈਗੀ ਆ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਆ, ਜੋ ਵੀ ਉੱਥੇ ਦੀ ਵਿਵਸਥਾ ਆ, ਨਗਰ ਨਿਗਮ ਤੋਂ ਵੀ ਅੱਗੇ ਜਾ ਕੇ ਆ, ਉਹ ਵੀ ਉਹਦੇ ਵਿੱਚ ਜਿਹੜੀ ਲੋਕਲ ਕੰਮ ਆ ਉਹ ਸਾਰਾ ਉਹ ਦੇਖਦੀ ਆ। ਤੇ ਜਿਹੜੀ ਦਿੱਲੀ ਸਰਕਾਰ ਆ ਉਹਨੂੰ ਸੋਵਰਨ ਸਟੇਟ ਤੁਸੀਂ ਨਹੀਂ ਕਹਿ ਸਕਦੇ, ਉਹਨਾਂ ਦੇ ਕੋਲ ਪੂਰਨ ਰਾਜ ਦਾ ਦਰਜਾ ਨਹੀਂ ਹੈ। ਭਾਵੇਂ ਕਿ ਤੁਹਾਨੂੰ ਯਾਦ ਹੋਣਾ ਤੇ ਦਰਸ਼ਕਾਂ ਨੂੰ ਵੀ ਯਾਦ ਆ, ਬਿਲਗਾ ਸਾਹਿਬ ਜਦੋਂ BJP ਨੇ ਇਲੈਕਸ਼ਨ ਲੜੀ ਸੀ ਤੇ ਇਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਜੇ ਇੱਥੇ ਸਰਕਾਰ ਬਣਾਈ ਤੇ ਅਸੀਂ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਵਾਂਗੇ। ਸ਼ੀਲਾ ਦੀਕਸ਼ਤ 3 ਵਾਰ ਮੁੱਖ ਮੰਤਰੀ ਰਹੇ, ਗੱਲਾਂ ਉਹ ਵੀ ਇਹੀ ਕਰਦੇ ਰਹੇ, ਪਰ ਉਹਨਾਂ ਲਈ ਚੰਗੀ ਗੱਲ ਇਹ ਸੀ ਕਿ ਉਦੋਂ ਭਾਰਤ ਦੇ ਵਿੱਚ ਜਿਹੜੀ ਸਰਕਾਰ ਸੀ ਕੇਂਦਰ ਦੇ ਵਿੱਚ ਉਹ ਵੀ ਮਨਮੋਹਨ ਸਿੰਘ ਦੀ ਸੀ ਜ਼ਿਆਦਾ ਸਮਾਂ, ਤੇ ਉੱਥੇ ਜਿਹੜਾ ਰੇੜਕਾ ਜਿਹੜਾ ਉਹ ਨਹੀਂ ਰਿਹਾ। ਤੇ ਹੁਣ ਕਿਉਂਕਿ ਇੱਥੇ ਕੇਜਰੀਵਾਲ ਸਾਹਿਬ ਬਹੁਤ ਵੱਡੇ ਬਹੁਮਤ ਨਾਲ ਦੂਜੀ ਵਾਰ ਸਰਕਾਰ ਬਣਾ ਕੇ ਬੈਠੇ ਨੇ ਤੇ ਕੁਝ ਚੰਗੀਆਂ ਪਹਿਲ ਕਦਮੀਆਂ ਉਹਨਾਂ ਨੇ ਕੀਤੀਆਂ ਵੀ ਨੇ, ਸਿਹਤ ਨੂੰ ਲੈ ਕੇ ਤੇ ਸਿੱਖਿਆ ਨੂੰ ਲੈ ਕੇ, ਹੋਰ ਚੀਜ਼ਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ ਕਾਰਨਾਮੇ ਕੀਤੇ ਨੇ। ਬਹੁਤ ਸਾਰੀ ਕੋਸ਼ਿਸ਼ ਉਹਨਾਂ ਦੀ ਹੈ ਕਿ ਲੋਕਾਂ ਨੂੰ ਆਪਣੇ ਧਿਆਨ ਵਿੱਚ ਰੱਖਿਆ ਜਾਵੇ ਤੇ ਲੋਕ ਮੁਸੀਬਤਾਂ ਦਾ ਹੱਲ ਕੀਤਾ ਜਾਵੇ, ਚਾਹੇ ਉਹ ਸਸਤੀ ਬਿਜਲੀ ਆ, ਚਾਹੇ ਉਹ ਮੁਫਤ ਪਾਣੀ ਆ। ਹਾਲਾਂਕਿ ਮੈਂ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਫ੍ਰੀ ਦੇਣ ਦੇ ਹੱਕ ਵਿੱਚ ਨਹੀਂ, ਪਰ ਫਿਰ ਵੀ ਉਹਨਾਂ ਨੇ ਦਿੱਲੀ ਦੇ ਲੋਕਾਂ ਦੀਆਂ ਮੁਸੀਬਤਾਂ ਨੂੰ ਜਾਂ ਮੁਸ਼ਕਲਾਂ ਨੂੰ ਧਿਆਨ 'ਚ ਰੱਖ ਕੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਜਿਹੜਾ ਉੱਥੇ ਇੱਕ ਦਿੱਲੀ ਦੇ ਵਿੱਚ ਐਕਟ ਪਾਸ ਕੀਤਾ ਆ, ਦਿੱਲੀ ਦੇ ਵਿੱਚ ਉਹ ਹੈਗਾ ਆ ਉਹਦੀ ਸਰਕਾਰ, ਦਿੱਲੀ ਦੇ ਵਿੱਚ ਕੌਣ ਪਾਵਰ ਦੇ ਵਿੱਚ ਕੌਣ ਰਹੂਗਾ, ਉਹ 2021 ਦਾ ਇੱਕ ਬਿੱਲ ਆ ਜਿਹੜਾ ਪਿਛਲੇ 2 ਦਿਨ ਪਹਿਲਾਂ ਹੀ ਲਾਗੂ ਹੋ ਗਿਆ 27 ਤਰੀਕ ਨੂੰ, ਜਿਹਦੇ ਮੁਤਾਬਕ ਦਿੱਲੀ ਸਰਕਾਰ ਕੋਈ ਵੀ ਨੀਤੀਗਤ ਫੈਸਲਾ ਆਪਣੇ ਤੌਰ ਤੇ ਨਹੀਂ ਲੈ ਸਕੂਗੀ। ਉਹਦੇ ਲਈ ਉਹਨਾਂ ਨੂੰ LG ਦੇ ਕੋਲ ਜਾਣਾ ਪਏਗਾ। LG ਜਿਹਨੂੰ ਅਸੀਂ ਲੈਫਟੀਨੈਂਟ ਗਵਰਨਰ ਕਹਿੰਦੇ ਆ, ਜਿਹੜੀ ਸਾਡੀ ਯੂਨੀਅਨ ਟੈਰੀਟਰੀ ਹੁੰਦੀ ਆ, ਉਹਨੂੰ ਉੱਥੇ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਰਿਪਰੈਜ਼ੈਂਟ ਕਰਦਾ। ਚਾਹੇ ਉਹ ਚੰਡੀਗੜ੍ਹ ਦੀ ਗੱਲ ਕਰਦੇ ਸੀ, ਪੁਡੂਚੇਰੀ ਦੀ ਗੱਲ ਸੀ, ਇਲੈਕਸ਼ਨ ਪੁਡੂਚੇਰੀ 'ਚ ਵੀ ਹੋ ਰਹੀ ਆ। ਪੁਡੂਚੇਰੀ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਜਿਹੜੀ ਡਿਮੋਲਿਸ਼ ਹੋਈ ਸੀ, ਸਰਕਾਰ ਡਿੱਗੀ ਸੀ, ਉੱਥੇ ਕਿਰਨ ਬੇਦੀ ਸੀ LG, ਤੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਸੀ ਉਹ ਦਿੱਲੀ ਦੇ ਵਿੱਚ ਹੁਣ ਜਿਹੜਾ ਬਿੱਲ ਪਾਸ ਹੋਇਆ ਉਹਦੇ ਮੁਤਾਬਕ ਦਿੱਲੀ ਸਰਕਾਰ ਜਿਹੜੀ ਆ ਉਹਦੇ ਅਧਿਕਾਰ ਜਿਹੜੇ ਆ ਬਹੁਤ ਘਟਾ ਦਿੱਤੇ ਗਏ ਨੇ, ਤੇ ਉਹ ਜਿਹੜੇ ਸਾਰੇ ਅਧਿਕਾਰ ਨੇ ਉਹ ਸੈਂਟਰ ਸਰਕਾਰ ਕੋਲ ਚਲੇ ਗਏ ਨੇ ਇੱਕ ਤਰੀਕੇ ਨਾਲ, ਕਿਉਂਕਿ ਉਹਨਾਂ ਦਾ ਨੁਮਾਇੰਦਾ ਹੀ ਆ ਜਿਹੜਾ LG। ਜੀ ਬਿਲਗਾ ਸਾਹਿਬ, ਤੁਸੀਂ ਦਿੱਲੀੋਂ ਆਏ ਹੋ ਤੇ ਕਰੋਨਾ ਇਸ ਵੇਲੇ ਸਿਖਰ ਤੇ ਹੈ ਤੇ ਅੰਦੋਲਨ ਦਾ ਕੀ ਹਾਲ ਹੈ? ਸਵਲੀਨ ਜੀ, ਗੱਲ ਇਸ ਤਰ੍ਹਾਂ ਆ ਵੀ
ਹਰ ਆਪਾਂ ਪੱਖ ਦੇਖਿਆ ਕੋਵਿਡ ਦਾ, ਸਰਕਾਰਾਂ ਦਾ, ਭਾਰਤ ਪੱਧਰ ਤੇ ਵੀ, ਸੂਬਾ ਪੱਧਰ ਤੇ ਵੀ। ਪਰ ਜਿਹੜੇ ਮੇਰੇ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦਾ ਕਵਰੇਜ ਦਾ ਦੌਰਾ ਰਿਹਾ, ਉਹਦੇ ਵਿੱਚ ਆਪਾਂ 3 ਪੱਖਾਂ 'ਚ ਇਸ ਗੱਲ ਨੂੰ ਵੰਡ ਕੇ ਕਰਦੇ ਹਾਂ। ਪਹਿਲਾ ਪੱਖ ਤਾਂ ਕੋਵਿਡ ਵਾਲੀ ਗੱਲ ਤੇ ਕਰਦੇ ਹਾਂ ਕਿ ਜਦੋਂ ਮੈਂ ਵੀ ਇੱਥੋਂ ਗਿਆ ਤਾਂ ਬੜਾ ਇੱਥੇ ਜਿੱਦਾਂ ਖਬਰਾਂ ਦੇਖਦੇ ਜਾਂਦੇ ਵੀ ਦਿੱਲੀ ਤਾਂ ਉੱਥੇ ਲਾਸ਼ਾਂ ਰੱਖਣ ਨੂੰ ਥਾਂ ਹੈ ਨਹੀਂਗਾ, ਸਿਵਿਆਂ ਦੇ ਵਿੱਚ ਇਸ ਵੇਲੇ ਲਾਈਨਾਂ ਲੱਗੀਆਂ, ਹਸਪਤਾਲਾਂ 'ਚ ਲਾਈਨਾਂ ਲੱਗੀਆਂ ਤੇ ਬੜਾ ਬੁਰਾ ਹਾਲ ਆ। ਪਰ ਜਦੋਂ ਅਸੀਂ ਉਸ ਅੰਦੋਲਨ 'ਚ ਪਹੁੰਚ ਕੇ ਦੇਖਿਆ ਤੇ ਉੱਥੇ ਜਿਹੜੀ ਉਹ ਕਿਸਾਨਾਂ ਦੀ ਇੱਕ ਕਹਿ ਦਈਏ ਸਿਰੜ ਕਹਿ ਲਓ, ਜਾਂ ਉਹਨਾਂ ਦਾ ਇੱਕ ਇਹ ਨਜ਼ਰੀਆ ਆ ਵੀ ਸਾਡੇ ਲਈ ਕੋਵਿਡ ਨਾਲੋਂ ਜ਼ਿਆਦਾ ਖੇਤੀ ਕਾਨੂੰਨਾਂ ਦੀ ਜਿਹੜੀ ਜੇ ਕੇਂਦਰ ਸਰਕਾਰ ਅਪਲਾਈ ਕਰਦੀ, ਸਾਡੇ ਤੇ ਉਹਦਾ ਖਤਰਾ ਜ਼ਿਆਦਾ ਹੈ, ਵੀ ਸਾਡੇ ਆਉਣ ਵਾਲੇ ਭਵਿੱਖ ਦਾ ਸਵਾਲ ਆ। ਪਰ ਫਿਰ ਵੀ ਜਿਹੜੇ ਲੀਡਰ ਆ ਉਹ ਇਹ ਗੱਲ ਕਰਦੇ ਆ ਵੀ ਆਪਣਾ ਤੁਸੀਂ ਦੇਸੀ ਜਿਹੜਾ ਆ ਉਹ ਇਲਾਜ ਕਰੋ, ਗਰਮ ਪਾਣੀ ਪੀਓ, ਦਿਨ ਦੇ ਵਿੱਚ 1-2 ਵਾਰੀ ਕਾੜਾ ਪੀਓ, ਤੇ ਅਸੀਂ ਜਿਹੜੇ ਆ ਬਿਲਕੁਲ ਤੰਦਰੁਸਤ ਰਹਾਂਗੇ। ਸਾਡੀ ਸਿਹਤ ਜਿਹੜੀ ਆ ਉਹਨਾਂ ਦਾ ਇਹ ਮੰਨਣਾ ਆ ਵੀ ਉਹਨਾਂ ਸ਼ਹਿਰੀ ਲੋਕਾਂ ਦੇ ਜਿੱਥੇ ਜ਼ਿਆਦਾ ਸੰਘਣੀ ਆਬਾਦੀ 'ਚ ਰਹਿੰਦੇ ਆ, ਉਹਨਾਂ ਨਾਲੋਂ ਸਾਡੀ ਸਿਹਤ ਜਿਹੜੀ ਆ ਪਿੰਡਾਂ ਵਾਲਿਆਂ ਦੀ ਥੋੜ੍ਹੀ ਸਟਰੋਂਗ ਆ, ਵੀ ਅਸੀਂ ਵਰਜਿਸ਼ ਕਰਦੇ ਹਾਂ, ਅਸੀਂ ਕੰਮ ਕਰਦੇ ਹਾਂ। ਇਹ ਪੱਖ ਉਹਨਾਂ ਦਾ ਸੁਣਨ ਨੂੰ ਮਿਲਦਾ। ਪਰ ਫਿਰ ਵੀ ਸੋਨੀਪਤ ਪ੍ਰਸ਼ਾਸਨ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਵੀ ਤੁਸੀਂ ਟੈਸਟਿੰਗ ਕਰਾਓ ਜਾਂ ਆਪਣਾ ਟੀਕਾਕਰਨ ਕਰਾਓ, ਤੇ ਉਹਨਾਂ ਨੇ ਸਪਸ਼ਟ ਮਨਾ ਕਰ ਦਿੱਤੀ ਇਹ ਗੱਲ ਵੀ ਤੁਸੀਂ ਹੁਣ ਸਾਨੂੰ ਕੋਵਿਡ ਦੇ ਨਾਂ 'ਤੇ ਟੈਸਟਿੰਗ ਕਰਕੇ ਇਸ ਅੰਦੋਲਨ ਨੂੰ ਕੁਚਲਣਾ ਚਾਹੁੰਦੇ ਆ। ਵੀ ਜਦੋਂ ਤੁਸੀਂ ਟੈਸਟ ਕਰੋਗੇ ਤੇ ਤੁਹਾਡੀ ਮਰਜ਼ੀ ਆ ਤੁਸੀਂ ਕਿੰਨਾ ਪੋਜ਼ਿਟਿਵ ਦਿਖਾਉਣਾ, ਕਿੰਨਾ ਨੈਗੇਟਿਵ ਦਿਖਾਉਣਾ। ਮੰਨ ਲਓ ਤੁਸੀਂ ਕਰਦੇ ਤੁਸੀਂ 70-80% ਉੱਥੇ ਅੰਦੋਲਨਕਾਰੀਆਂ ਨੂੰ ਪੋਜ਼ਿਟਿਵ ਦਿਖਾ ਦਿੱਤਾ, ਤੇ ਤੁਸੀਂ ਤਾਂ ਸਾਡੇ ਅੰਦੋਲਨ ਨੂੰ ਉੱਥੋਂ ਜਿੱਦਾਂ ਸ਼ਹੀਨ ਬਾਗ ਵਾਲਾ ਮਸਲਾ ਉਸ ਵੇਲੇ ਖਿਲਾਰਿਆ ਸੀਗਾ ਸਰਕਾਰ ਨੇ ਕੋਵਿਡ ਦੇ ਨਾਂ 'ਤੇ ਲੈ ਕੇ। ਇਹ ਇੱਦਾਂ ਦੇ ਅੰਦੇਸ਼ੇ ਜਿਹੜੇ ਹੈਗੇ ਆ, ਕਿਉਂਕਿ ਸਰਕਾਰਾਂ ਦੀਆਂ ਜਿਹੜੀਆਂ ਚਾਲਾਂ ਆ, ਸਰਕਾਰਾਂ ਦੀਆਂ ਨੀਤੀਆਂ, ਉਹਨੂੰ ਇਸ ਵੇਲੇ ਕਿਸਾਨ ਲੀਡਰ ਜਿਹੜੇ ਆ ਉਹ ਚੰਗੀ ਤਰ੍ਹਾਂ ਜਾਣਦੇ ਆ ਵੀ ਨਹੀਂ ਕਰਨਾ ਕੀ ਹੈ, ਕਹਿੰਦੇ ਕੀ ਆ। ਇੱਕ ਪੱਖ ਤਾਂ ਇਹ ਸੀਗਾ, ਪਰ ਉਹਨਾਂ ਨੇ ਇਹ ਕਿਹਾ ਵੀ ਜੇ ਆਪਣੇ ਤੌਰ ਤੇ ਕੋਈ ਟੀਕਾ ਲਵਾਉਂਦਾ ਵੀ ਅਸੀਂ ਕਿਸੇ ਨੂੰ ਮਨਾ ਨਹੀਂ ਕਰਨਾ, ਲਾਉਣਾ ਲਵਾ ਲਵੇ, ਉਹ ਮਰਜ਼ੀ ਹੋਊਗੀ, ਪਰ ਅਸੀਂ ਕਿਸੇ ਨੂੰ ਟੈਸਟ ਕਰਨ ਲਈ ਇੱਥੇ ਨਾ ਬੈਠਣ ਦੇਣਾ ਤੇ ਨਾ ਅਸੀਂ ਕਿਸੇ ਨੂੰ ਕੋਈ ਕਰਨ ਦੇਣਾ। ਦੂਸਰਾ ਪੱਖ ਇਸ ਵੇਲੇ ਜਿਹੜਾ ਉੱਥੇ ਸੀਗਾ ਸਭ ਨੂੰ ਵੱਡਾ, ਵੀ ਦੀਪ ਸਿੱਧੂ ਦੀ ਜ਼ਮਾਨਤ ਜਿਹੜੀ ਆ ਉਹ ਹੋ ਚੁੱਕੀ ਆ। ਅੰਦੋਲਨ ਦਾ ਇੱਕ ਹਿੱਸਾ ਜਿਹੜਾ ਲੱਖੇ ਸਿਧਾਣੇ ਤੇ ਦੀਪ ਸਿੱਧੂ ਦੇ ਨਾਲ ਜੁੜਿਆ ਹੋਇਆ ਹੈ। ਕੁਛ ਦਿਨ ਪਹਿਲਾਂ ਉੱਥੇ ਜਿਹੜੀ ਜੋਗਿੰਦਰ ਸਿੰਘ ਉਗਰਾਹਾਂ ਤੇ ਹੋਰ ਸਾਡੇ ਲੀਡਰਾਂ ਨੇ ਸਿੰਘੂ ਬਾਰਡਰ 'ਤੇ ਇੱਕ ਮੀਟਿੰਗ ਕੀਤੀ ਆਪਣੀ। ਸੰਯੁਕਤ ਮੋਰਚੇ ਦੀ ਮੀਟਿੰਗ ਤੋਂ ਬਾਅਦ ਉੱਥੇ ਕੁਛ ਨੌਜਵਾਨਾਂ ਨੇ ਉਹਨਾਂ ਨੂੰ ਜ਼ਬਰਦਸਤੀ ਇਹ ਗੱਲ ਪੁੱਛੀ ਜਾਂ ਇਹ ਗੱਲ ਕਹੀ, ਜਾਂ ਉਹ ਕਹਿੰਦੇ ਸਾਨੂੰ ਤਰੀਕ ਦਿਓ ਜੀ, ਜਿਹੜੀ ਮਈ ਦੇ ਵਿੱਚ ਤੁਸੀਂ ਸੰਸਦ ਮਾਰਚ ਕਰਨਾ ਸੀਗਾ, ਉਹ ਤਰੀਕ ਦਿੱਤੀ ਜਾਵੇ। ਜਿਹੜਾ ਉਹ ਨੌਜਵਾਨਾਂ ਦਾ ਤਰੀਕਾ ਸੀ ਉੱਥੇ ਮੌਕੇ ਤੇ ਦੇਖਿਆ, ਉਹ ਕੋਈ ਬਾਲਾ ਸੱਭਿਅਤ ਨਹੀਂ ਸੀਗਾ। ਕੋਈ ਚੀਜ਼ ਤੁਸੀਂ ਦੇਣੀ ਆ ਜਾਂ ਮੰਗ ਕਰਨੀ ਆ ਤਾਂ ਤੁਸੀਂ ਲਿਖਤੀ ਪੱਤਰ 2-4 ਜਾਣੇ ਜਾ ਕੇ ਹੋ ਸਕਦੇ, ਡਾਂਗਾ ਸੋਟੇ ਲੈ ਕੇ ਜਾਣਾ ਜਾਂ ਡੰਡੇ ਨਾਲ ਕਿਸੇ ਗੱਲ ਨੂੰ ਮਨਾਉਣਾ। ਲੀਡਰਾਂ ਨੇ ਇਹ ਗੱਲ ਮਹਿਸੂਸ ਕੀਤੀ ਵੀ ਤੁਸੀਂ ਸਾਨੂੰ ਬੰਦੀ ਬਣਾ ਕੇ ਜਿਹੜਾ ਆ ਇਹ ਸਾਤੋਂ ਆਰਡਰ ਕਰਾਉਣੇ ਚਾਹੁੰਦੇ ਆ। ਅਸੀਂ 26 ਜਨਵਰੀ ਦੀ ਘਟਨਾ ਜਿਹੜੀ ਅੱਖੀਂ ਦੇਖ ਲਈ, ਅਸੀਂ ਉਹਨੂੰ 4 ਮਹੀਨੇ ਦੇ ਵਿੱਚ ਹੰਢਾਇਆ, ਅਸੀਂ ਕਿੱਦਾਂ ਉਸ ਚੀਜ਼ ਤੋਂ ਦੁਬਾਰਾ ਉੱਭਰ ਕੇ ਸਾਹਮਣੇ ਆ ਰਹੇ ਹਾਂ। ਅਸੀਂ ਜਿਹੜੀ ਮਈ ਦੀ ਜਿਹੜੀ ਦੇਣੀ ਆ ਸੰਸਦ ਮਾਰਚ ਦੀ ਕਾਲ, ਅਸੀਂ ਸਾਰੇ ਪੱਖ ਸੋਚ ਕੇ ਸਮਝ ਕੇ ਅਸੀਂ ਫੇਰ ਕਾਲ ਦੇਣੀ ਆ, ਤਾਂ ਕਿ ਸਾਡੇ ਲਈ ਦੁਬਾਰਾ ਇਦਾਂ ਦੀ ਗੱਲਬਾਤ ਨਾ ਹੋਵੇ। ਦੂਸਰਾ ਆਪਾਂ ਗੱਲ ਕਰਾਂਗੇ ਹੁਣ ਪੋਜ਼ਿਟਿਵ, ਵੀ ਕਿਸਾਨਾਂ ਦੀ ਜਿਹੜੀ ਮਨੋਦਸ਼ਾ ਆ ਉਹ ਇਸ ਵੇਲੇ ਅੰਦੋਲਨ ਦੇ ਨਾਲ ਪੂਰੇ ਤਰ੍ਹਾਂ ਜੁੜ ਚੁੱਕੀ ਆ। ਪੂਰਨ ਦੀ ਤੌਰ ਤੇ ਇਸ ਵੇਲੇ ਕਿਸਾਨ ਸਮਰਪਿਤ ਹੋ ਚੁੱਕਾ। ਉਹਨਾਂ ਨੂੰ ਉੱਥੇ ਕਿਸੇ ਬਿਮਾਰੀ ਦਾ ਡਰ ਨਹੀਂ, ਕਿਸੇ ਗੱਲ ਦਾ ਡਰ ਨਹੀਂ ਹੈਗਾ, ਤੇ ਉਹਨਾਂ ਦਾ ਮਕਸਦ ਇੱਕੋ ਹੀ ਆ ਵੀ ਇਸ ਵੇਲੇ ਅਸੀਂ ਲੰਬਾ ਸਮਾਂ ਅੰਦੋਲਨ ਨੂੰ ਚਲਾਉਣਾ ਕਿੱਦਾਂ ਹੈ। ਉਹਦੇ ਲਈ ਜਿੱਦਾਂ ਪਹਿਲਾਂ ਤਰਪਾਲਾਂ ਸੀ, ਟੀਨ ਸੀ, ਇਸ ਵੇਲੇ ਝੌਂਪੜੀਆਂ ਬਣ ਗਈਆਂ, ਬਾਂਸਾਂ ਦੀਆਂ, ਸਲਵਾੜ ਦੀਆਂ, ਜਾਂ ਹੋਰ ਕਿਸ ਤਰ੍ਹਾਂ ਵੀ ਸਾਡਾ ਮੌਸਮ ਠੰਡਾ ਰਹੇ, ਤੇ ਨਾਲ AC ਲੱਗ ਗਿਆ, ਕੂਲਰ ਲੱਗ ਗਿਆ। ਔਰ ਸਭ ਨੂੰ ਵੱਡੀ ਗੱਲ ਜਿਹੜੀ ਇਸ ਵੇਲੇ ਦੇਖਣ ਨੂੰ, ਵੀ ਉੱਥੇ ਤੰਗੀ ਤਾਂ ਵੈਸੇ ਕਿਸੇ ਗੱਲ ਦੀ ਹੈ ਨਹੀਂ ਗੀ, ਪਰ ਫਿਰ ਵੀ ਗਰਮੀ ਦੇ ਮੌਸਮ ਵਿੱਚ ਜਿਹੜਾ ਦੁੱਧ ਦੀ ਤੰਗੀ ਬੜੀ ਸੀਗੀ। ਤੁਸੀਂ ਮੰਨੋਗੇ ਵੀ ਟਿਕਰੀ ਬਾਰਡਰ ਤੇ ਕਿਸਾਨਾਂ ਨੇ ਲਿਜਾ ਕੇ ਆਪਣੀਆਂ ਮੱਝਾਂ ਬੰਨ੍ਹ ਲਈਆਂ। ਵੀ ਜੇ ਕੋਈ 5-7 ਕਿਲੋ ਮੱਝ ਦੁੱਧ ਦਿੰਦੀ ਆ, ਨਾਲੇ ਆਪ ਚਾਹ ਬਣਾ ਕੇ ਪੀਂਦੇ, ਨਾਲੇ ਨਾਲ ਦੇ ਤੰਬੂ ਵਾਲੇ ਨੂੰ ਦਿੰਦੇ ਆ, ਤੇ ਉੱਥੇ ਵਿਹਲੇ ਬੈਠੇ ਰਹਿਣਾ ਆ। ਤੇ ਲਾਗੇ ਲਾਗੇ ਜਿੱਥੇ ਕੋਈ ਜ਼ਮੀਨ ਹੈਗੀ ਆ, ਹਰਿਆਣੇ ਵਾਲੇ ਲੋਕ ਜਿਹੜੇ ਆ ਉਹ ਪੱਠਿਆਂ ਦੀਆਂ ਟਰਾਲੀਆਂ ਭਰ ਕੇ ਦੇ ਜਾਂਦੇ ਆ। ਤੂੜੀ ਅਗਲੇ ਪਿੰਡੋਂ ਇੱਕ ਟਰਾਲੀ ਲੈ ਗਿਆ, ਉਹ ਕਹਿੰਦੇ ਵਿਹਲੇ ਵੀ ਬਹਿਣਾ ਹੀ ਆ, ਸਾਰਾ ਦਿਨ ਇੱਥੇ ਸੌਣਾ ਵੀ ਹੈਗਾ ਹੀ ਆ, ਤੇ ਅਸੀਂ ਕਿਉਂ ਨਾ ਅਸੀਂ ਆਪਣੇ ਡੰਗਰ ਰੱਖ ਕੇ ਜਿਹੜਾ ਆ ਤੇ ਉਹ ਅਸੀਂ ਆਪ ਵੀ ਦੁੱਧ ਪੀਏ, ਨਾਲੇ ਨਾਲ ਦੇ ਤੰਬੂ ਵਾਲਿਆਂ ਨੂੰ ਚਾਹ ਪਿਲਾਈਏ। ਇਹਦਾ ਮਤਲਬ ਇਹ ਆ ਵੀ ਮਾਨਸਿਕ ਤੌਰ ਤੇ ਇਸ ਵੇਲੇ ਜਿਹੜੇ ਕਿਸਾਨ ਅੰਦੋਲਨ ਲੜ ਰਹੇ ਆ ਉਹ ਪੂਰੀ ਤਰ੍ਹਾਂ ਤਿਆਰ ਆ, ਤੇ ਆਪਣੀਆਂ ਤਿਆਰੀਆਂ ਜਿਹੜੀਆਂ ਆ ਉਹ ਲੰਬੇ ਸਮੇਂ ਨੂੰ ਲੈ ਕੇ ਇੱਕ ਸੰਕੇਤ ਆ ਇਹ ਸਰਕਾਰ ਨੂੰ, ਵੀ ਜੇ ਮੱਝਾਂ ਉੱਥੇ ਬੰਨ ਲਈਆਂ ਤੇ ਨਹੀਂ 4 ਦਿਨਾਂ ਦੇ ਵਿੱਚ ਲੱਗੇ। ਇੱਦਾਂ ਦੀ ਵੀ ਗੱਲ ਆ ਵੀ ਉੱਥੇ ਲਾਗੇ ਕਿਸੇ ਕਿਸਾਨ ਨੇ ਠੇਕੇ ਤੇ ਜ਼ਮੀਨ ਲੈ ਕੇ ਉਹਨੇ ਖੇਤੀ ਵੀ ਸ਼ੁਰੂ ਕਰਤੀ, ਸਬਜ਼ੀ ਸੁਬਜ਼ੀ ਲਾਉਣੀ ਸ਼ੁਰੂ ਕਰਤੀ। ਇਹ 2-3 ਗੱਲਾਂ ਜਿਹੜੀਆਂ ਇਸ ਵੇਲੇ ਅੰਦੋਲਨ ਦੇ ਵਿੱਚ ਭਾਰੂ ਆ। ਚਿੰਤਾ ਹਰ ਇੱਕ ਨੂੰ ਹੁੰਦੀ ਆ, ਜਾਨ ਦੇ ਨਾਲ ਹੀ ਆਪਾਂ ਜਹਾਨ ਆ ਕਹਿੰਦੇ ਹੁੰਦੇ ਆ, ਪਰ ਫਿਰ ਵੀ ਉਹ ਸਰਕਾਰ ਦੀਆਂ ਚਲਾਕੀਆਂ ਨੂੰ ਸਮਝਦੇ ਹੋਏ ਜਾਂ ਸਰਕਾਰ ਦੇ ਇੱਦਾਂ ਦੀਆਂ ਗੱਲਾਂ ਨੂੰ ਪਿਛਲੇ ਜਿਹੜੇ ਉਹਨਾਂ ਦੇ ਤਜਰਬੇ ਰਹੇ ਆ, ਕੋਈ ਬਾਹਲੀ ਇਸ ਗੱਲ ਨੂੰ ਤਵੱਜੋ ਨਹੀਂ ਦੇ ਰਿਹਾ। ਬਿਲਗਾ ਸਾਹਿਬ, ਦਿਲ ਤੇ ਕਰਦਾ ਅੰਦੋਲਨ ਦੀਆਂ ਹੋਰ ਗੱਲਾਂ ਸੁਣੀਏ, ਪਰ ਸਮਾਂ ਸਾਨੂੰ ਇਸ ਵੇਲੇ ਇਜਾਜ਼ਤ ਨਹੀਂ ਦੇ ਰਿਹਾ। ਸ਼ਰਮਾ ਜੀ, ਬਿਲਗਾ ਜੀ, ਤੁਸੀਂ ਸਟੂਡੀਓ 'ਚ ਆਏ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ ਸਰਵੀਨ ਜੀ ਤੁਹਾਡਾ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ।
ਸਤਿ ਸ੍ਰੀ ਅਕਾਲ।